ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਹਾਂ ਗੁਰਜਿੰਦਰ ਸਿੰਘ ਪੰਗੂ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਸਰ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਗੁਰਜਿੰਦਰ ਜੀ। ਦਰਸ਼ਕੋ, ਲੋਕਰਾਣ ਦੇ ਖਾਸ ਪ੍ਰੋਗਰਾਮ ਖਬਰਾਂ ਟੌਪ ਜੀ ਦੇ ਵਿੱਚ ਅੱਜ ਗੱਲਬਾਤ ਕਰਾਂਗੇ। ਕਿਸਾਨਾਂ ਵੱਲੋਂ ਹਰਿਆਣਾ ਦੇ ਵਿੱਚ ਬੀਜੇਪੀ ਦੇ ਲੀਡਰਾਂ ਦਾ ਘਿਰਾਓ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਕਾਂਗਰਸੀ ਲੀਡਰਾਂ ਦਾ ਘਿਰਾਓ ਕੀਤਾ ਗਿਆ। ਸੀਜ਼ਨ ਝੋਨੇ ਦਾ ਸ਼ੁਰੂ ਹੋ ਚੁੱਕਿਆ। ਕੇਂਦਰ ਸਰਕਾਰ ਨੇ ਜੋ ਖਰੀਦ ਹੈ ਉਹ ਲੇਟ ਕਰ ਦਿੱਤੀ ਹੈ, ਜਿਹਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਕਿ ਜੋ ਖਰੀਦ ਹੈ ਉਹ ਸਮੇਂ ਸਿਰ ਸ਼ੁਰੂ ਹੋਵੇ ਤੇ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਜਾਏ। ਇਹਨੂੰ ਲੈ ਕੇ ਹੀ ਅੱਜ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਉੱਤੇ ਕਾਂਗਰਸ ਦੇ ਲੀਡਰਾਂ ਦਾ ਘਿਰਾਓ ਕੀਤਾ ਗਿਆ। ਹਰਿਆਣਾ ਦੇ ਵਿੱਚ ਤਾਂ ਜੋ ਸਥਿਤੀ ਤਣਾਅਪੂਰਨ ਬਣਦੀ ਹੋਈ ਨਜ਼ਰ ਆਈ। ਕਰਨਾਲ, ਜਿਹਨੂੰ ਸੀਐਮ ਸਿਟੀ ਕਿਹਾ ਜਾਂਦਾ, ਉੱਥੇ ਮਨੋਹਰ ਲਾਲ ਖੱਟਰ ਦੇ ਘਰ ਅੱਗੇ ਦਾ ਕਿਸਾਨ ਆਪਣਾ ਦਰੀਆਂ ਵਿਛਾ ਕੇ ਬੈਠ ਗਏ ਨੇ। ਪੱਕਾ ਉਹਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ ਗਿਆ। ਅੰਬਾਲਾ ਦੇ ਵਿੱਚ ਅਨਿਲ ਵਿਜ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਤੋਂ ਬਾਅਦ ਗੱਲਬਾਤ ਕਰਾਂਗੇ ਹਰੀਸ਼ ਰਾਵਤ ਤੇ ਕੈਪਟਨ ਅਮਰਿੰਦਰ ਸਿੰਘ ਦੇ ਆਪਸ ਵਿੱਚ ਬਿਆਨਬਾਜ਼ੀ ਹੋਈ, ਉਸ ਤੇ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾ ਸਕਦੇ ਨੇ ਪੰਜਾਬ ਦੇ ਲੋਕਾਂ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ, ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਰਾਹੀਂ ਜਾਣਗੇ ਜਾਂ ਫਿਰ ਕਾਂਗਰਸ ਦੇ ਵਿੱਚ ਬਣੇ ਰਹਿਣਗੇ। ਹਾਲਾਂਕਿ ਉਹਨਾਂ ਨੇ ਉਹ ਇਹ ਸਿੱਧ ਕਹਿ ਚੁੱਕੇ ਨੇ ਕਿ ਮੈਂ ਕਾਂਗਰਸ ਪਾਰਟੀ ਦੇ ਵਿੱਚ ਹੁਣ ਨਹੀਂ ਰਹਿਣਾ। ਉਹਨਾਂ ਦੀ ਨਵੀਂ ਚਰਚਾ ਬੀਜੇਪੀ ਦੇ ਉਹਨਾਂ ਦੇ ਮੁਲਾਕਾਤ ਦੇ ਨੇ ਵੀ ਛੇੜੀ ਹੋਈ ਸੀ। ਤੇ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਟਵੀਟ ਦੀ, ਜਦੋਂ ਨੇ ਕਿਹਾ ਕਿ ਮੇਰੇ ਕੋਲ ਅਹੁਦਾ ਰਹੇ ਭਾਵੇਂ ਨਾ ਰਹੇ, ਪਰ ਮੈਂ ਪ੍ਰਿਯੰਕਾ ਤੇ ਰਾਹੁਲ ਦੇ ਨਾਲ ਆ। ਸਾਰਾ ਸ਼ੁਰੂ ਇੱਥੋਂ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਪੰਜਾਬ ਦੇ ਵਿੱਚ ਕਾਂਗਰਸ ਦੇ ਲੀਡਰਾਂ ਦਾ ਤੇ ਹਰਿਆਣਾ ਦੇ ਵਿੱਚ ਬੀਜੇਪੀ ਦੇ ਲੀਡਰਾਂ ਦਾ ਕਿ ਜੋ ਝੋਨੇ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ, ਇਹ ਕਾਹਤੋਂ? ਦੇਖੋ, ਸੈਂਟਰ ਗਵਰਨਮੈਂਟ ਦਾ ਜਿਹੜਾ ਇੱਕ ਫਰਮਾਨ ਆਇਆ ਸੀਗਾ ਉਹਦੇ ਵਿੱਚ ਇਹੀ ਸੀਗਾ ਕਿ ਜਿਹੜੀ 1 ਤਰੀਕ ਤੋਂ ਸ਼ੁਰੂ ਕੀਤੀ ਜਾਣੀ ਸੀਗੀ ਝੋਨੇ ਦੀ ਖਰੀਦ, ਤੇ ਉਹਦੇ ਤੇ ਰੋਕ ਲਗਾ ਦਿੱਤੀ। ਕਾਰਨ ਦੱਸਿਆ ਗਿਆ ਕਿ ਮੌਸਮ ਖਰਾਬ ਆ। ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਖਰਾਬ ਦੇ ਕਾਰਨ ਜਿਹੜੀ ਨਮੀ ਹੈਗੀ ਆ ਫਸਲ ਦੇ ਵਿੱਚ ਉਹਦੀ ਮਾਤਰਾ ਵੱਧ ਜਾਣੀ ਹੈ ਤੇ ਖਰੀਦ ਜਿਹੜੀ ਹੈਗੀ ਆ ਉਹ ਨਹੀਂ ਹੋ ਪਾਊਗੀ। ਮਾਤਰਾ ਵੱਧ ਗਈ ਤੇ ਇੱਥੇ ਰੁਲਦੇ ਫਿਰਨਗੇ ਕਿਸਾਨ ਜਿੱਦਾਂ। ਚਲੋ ਖੈਰ, ਆਪਾਂ ਇਹ ਗੱਲ ਕਰਦੇ ਹਾਂ ਕਿ ਮੌਸਮ ਦਾ ਅਸਰ ਕਿਤੇ ਨਾ ਕਿਤੇ ਹੁੰਦਾ ਦਿਖਾਈ ਤਾਂ ਦਿੰਦਾ ਆ, ਪਰ ਜਿਹੜੀ ਆ ਰੋਕ ਲਾਉਣੀ ਹੈ ਉਹ ਵੱਖਰੀ ਕਿਸਮ ਦੀ ਕਹਿ ਲਓ। ਕਿ 10 ਦਿਨ ਲੇਟ ਕਰ ਦੇਣਾ ਕਿ ਫਸਲ ਤਿਆਰ ਹੈ, ਪੱਕ ਕੇ ਮੰਡੀਆਂ ਦੇ ਵਿੱਚ ਪਹੁੰਚ ਰਹੀ ਹੈ, 1 ਤਰੀਕ ਦਿੱਤੀ ਹੋਈ ਹੈ, ਬਿਲਕੁਲ ਐਨ ਮੌਕੇ 'ਤੇ ਆ ਕੇ ਤੁਸੀਂ ਮੌਸਮ ਦਾ ਹਵਾਲਾ ਦੇ ਕੇ ਜਿਹੜਾ ਇੱਕਦਮ ਕਹਿ ਦੇਣਾ ਕਿ ਰੋਕ ਦਿਓ। ਇਹ ਕਿਤੇ ਨਾ ਕਿਤੇ ਟਾਰਗੇਟ ਕਰਦਾ ਹੈ ਕਿ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿਸੇ ਤਰੀਕੇ ਨਾਲ। ਚਾਹੀਦਾ ਤਾਂ ਇੱਦਾਂ ਹੁੰਦਾ ਨਾ ਕਿ ਜਦੋਂ ਸਰਕਾਰ ਹੈ ਸੈਂਟਰ ਦੇ ਵਿੱਚ ਹੈ ਤਾਂ ਆਰਡਰ ਤਾਂ ਕਰ ਰਹੀ ਹੈ ਬਕਾਇਦਾ ਤੌਰ 'ਤੇ, ਭਾਵੇਂ ਫੰਡ ਭੇਜੇ, ਬਜਟ ਭੇਜੇ, ਕੁਛ ਭੇਜੇ, ਸਰਕਾਰਾਂ ਦੀ ਜ਼ਿੰਮੇਵਾਰੀ ਲਾਵੇ ਕਿ ਜਿਹੜੀ ਫਸਲ ਆ ਰਹੀ ਹੈ ਫਟਾਫਟ ਉਹਦੀ ਖਰੀਦ ਕਰੀ ਜਾਵੇ ਤੁਰੰਤ, ਔਰ ਜਾਂ ਪ੍ਰਬੰਧ ਇੰਨੇ ਕੁ ਕਰੇ ਜਾਣ ਕਿ ਉੱਥੇ ਕਿਸਾਨ ਰੁਲਦਾ ਫਿਰੇ, ਹਰਾਸਮੈਂਟ ਹੋਵੇ ਉਹਨੂੰ ਜਾਂ ਕੋਈ ਪਰੇਸ਼ਾਨ ਹੋਵੇ, ਤੇ ਦੂਜੀ ਫਸਲ ਜਿਹੜੀ ਹੈਗੀ ਆ ਉਹਨੂੰ ਮੀਂਹ ਨਾ ਲੱਗੇ। ਜਿਹੜੀ ਪਹੁੰਚ ਰਹੀ ਹੈ ਫਸਲ ਪੱਕ ਕੇ ਤਿਆਰ ਹੋ ਕੇ ਹੁਣ ਜਿਹੜੀ ਮੰਡੀਆਂ 'ਚ ਆ ਰਹੀ ਹੈ। ਗੱਲ ਤਾਂ ਇਹ ਸੀਗੀ ਕਿ ਉੱਥੇ ਪ੍ਰਬੰਧ ਇੱਦਾਂ ਦੇ ਕਰੇ ਜਾਣੇ ਚਾਹੀਦੇ ਸੀ ਕਿ ਮੀਂਹ ਜਿਹੜਾ ਹੈਗਾ ਉੱਥੇ ਉਹ ਅਸਰ ਨਾ ਪਾ ਸਕੇ। ਪਰ ਪਹਿਲਾਂ ਵੀ ਆਪਾਂ ਬਹੁਤ ਵਾਰੀ ਮੰਡੀਆਂ ਦੇ ਸੰਬੰਧੀ ਗੱਲਾਂ ਕੀਤੀਆਂ ਨੇ, ਤਾਂ ਉਹਦੇ ਵਿੱਚ ਇਹ ਵੀ ਦੇਖਣ ਨੂੰ ਹੈ ਕਿ ਲਗਾਤਾਰ ਜਦੋਂ 47 ਤੋਂ ਬਾਅਦ, ਦੇਸ਼ ਆਜ਼ਾਦੀ ਤੋਂ ਬਾਅਦ ਸਰਕਾਰਾਂ ਬਣੀਆਂ ਨੇ, ਕਿਸਾਨਾਂ ਦੀਆਂ ਸਰਕਾਰਾਂ ਕਹਿ ਲਓ ਕਿ ਕਿਸਾਨ ਪਰਿਵਾਰਾਂ ਨਾਲ ਜੁੜੇ ਹੋਏ ਮੁੱਖ ਮੰਤਰੀ ਵੀ ਬਣੇ ਨੇ, ਪੰਜਾਬ ਦੇ ਵਿੱਚ ਵੀ ਬਣੇ ਨੇ, ਹੋਰਨਾਂ ਸਟੇਟਾਂ ਦੇ ਵਿੱਚ ਵੀ ਬਣੇ ਨੇ। ਸਰਕਾਰਾਂ ਖੇਤੀਬਾੜੀ ਨੂੰ ਬਚਾਉਣ ਦੀਆਂ ਗੱਲਾਂ ਕਰਦੀਆਂ ਨੇ, ਜਾਂ ਜਿੱਦਾਂ ਹੁਣ ਬੀਜੇਪੀ ਕਹਿ ਰਹੀ ਹੈ ਕਿ ਕਾਲੇ ਕਾਨੂੰਨ ਜਿਹੜੇ ਕਾਲੇ ਤਾਂ ਚਲੋ ਆਪਾਂ ਕਹਿ ਰਹੇ ਕਿਉਂਕਿ ਸਾਨੂੰ ਪਤਾ ਕਿ ਇਹਨਾਂ ਦਾ ਨੁਕਸਾਨ ਕੀ ਆ ਲੋਕਾਂ ਨੂੰ, ਆਮ ਜਾਂ ਉਸ ਖੇਤੀਬਾੜੀ ਧੰਦੇ ਨਾਲ ਜੁੜੇ ਲੋਕਾਂ ਨੂੰ, ਉਹਨਾਂ ਵਾਸਤੇ ਤਾਂ ਵਧੀਆ ਹੀ ਹੈ। ਉਹ ਕਹਿੰਦੇ ਜਿਹੜੇ ਕਾਨੂੰਨ ਨੇ ਇਹ ਖੇਤੀਬਾੜੀ ਨੂੰ ਬਚਾ ਕੇ ਕਿਸਾਨਾਂ ਨੂੰ ਪ੍ਰਫੁੱਲਿਤ ਕਰਨਗੇ, ਹੋਰ ਜ਼ਿਆਦਾ ਉਹਨਾਂ ਦਾ ਵਿਕਾਸ ਹੋਊਗਾ ਜਾਂ ਆਮਦਨ ਦੁੱਗਣੀ ਹੋਊਗੀ, ਜਿੱਦਾਂ ਦਾ ਵੀ ਹੈਗਾ। ਪਰੰਤੂ ਅੱਜ ਤੱਕ ਕਿਸੇ ਸਰਕਾਰ ਨੇ ਹਾਲੇ ਮੰਡੀਆਂ ਤੱਕ ਦੇ ਵਿੱਚ ਪ੍ਰਬੰਧ ਠੀਕ ਨਹੀਂ ਕਰੇ ਕਿ ਜਿੱਥੇ ਜਾ ਕੇ ਕਿਸਾਨ ਆਪਣੀ ਫਸਲ ਸਿੱਟ ਕੇ ਨਿਸ਼ਚਿੰਤ ਹੋ ਕੇ ਸੌਂ ਸਕੇ ਜੀ, ਕਿ ਭਾਈ ਕੋਈ ਚੱਕਰ ਨਹੀਂ, ਮੇਰੀ ਫਸਲ ਪੱਕ ਕੇ ਖੇਤਾਂ ਦੇ ਵਿੱਚ ਦੇਖੋ ਕੀ ਪ੍ਰਬੰਧ ਹੋਣਾ। ਮੌਸਮ ਦੀ ਮਾਰ ਤਾਂ ਉੱਥੇ ਝੱਲਣੀ ਪੈਂਦੀ ਹੈ, ਜਾਂ ਸੋਕਾ ਵੀ ਹੋਵੇ ਜਾਂ ਕਿਤੇ ਹੜ੍ਹ ਆ ਗਏ, ਕਿਤੇ ਸੋਕਾ ਪੈ ਗਿਆ, ਕਿਤੇ ਬਾਰਿਸ਼ਾਂ ਨੇ ਖਰਾਬ ਕਰਤੀ ਫਸਲ, ਕਿਤੇ ਸੁੰਡੀ ਪੈ ਗਈ, ਕਿਤੇ ਕੀਟ ਆ ਗਏ, ਕਿਤੇ ਕੁਛ ਹੋ ਗਿਆ, ਕਿਤੇ ਕੁਛ ਚਾਹੇ ਨਕਲੀ ਪੈਸਟੀਸਾਈਡ ਆ ਗਏ, ਜੋ ਬੀਜ ਖਰਾਬ, ਜੋ ਉਹ ਜਿਹੜੀਆਂ ਚੀਜ਼ਾਂ ਨੇ ਉਹ ਤਾਂ ਸਾਰੀਆਂ ਕਿਸਾਨ ਆਪ ਝੱਲ ਲੈਂਦਾ। ਪਰ ਜਦੋਂ ਫਸਲ ਪੱਕ ਕੇ ਤਿਆਰ ਹੋ ਕੇ ਉਹ ਦਿਨ ਰਾਤ ਮਿਹਨਤ ਕਰਕੇ ਲੈ ਆਉਂਦਾ ਲੱਦ ਕੇ ਮੰਡੀ ਦੇ ਵਿੱਚ, ਉੱਥੇ ਜਾ ਕੇ ਖਰਾਬ ਹੋਣਾ ਉਹ ਬਹੁਤ ਜ਼ਿਆਦਾ ਦੁਖਦਾਈ ਆ। ਉੱਥੇ ਤੱਕ ਨਹੀਂ ਪ੍ਰਬੰਧ ਠੀਕ ਕਰ ਸਕੇ ਅੱਜ ਤੱਕ। ਇਹ ਉੱਦਾਂ ਮਰੇ ਗੰਢਾਂ ਮਨਾਉਂਦੇ ਨੇ, ਚਾਹੇ ਗਣਤੰਤਰ ਦਿਵਸ ਹੈ, ਚਾਹੇ ਆਜ਼ਾਦੀ ਦਿਵਸ ਹੈ। ਕਾਹਦੀ ਆਜ਼ਾਦੀ ਦਿਵਸ ਹੈ ਜੇ ਤੁਸੀਂ ਆਹੀ ਨਹੀਂ ਕਰ ਸਕੇ, ਹਾਲੇ ਪ੍ਰਬੰਧ ਹੀ ਨਹੀਂ ਕਰ ਸਕੇ। ਸਭ ਤੋਂ ਜ਼ਰੂਰੀ ਚੀਜ਼ ਅੰਨ ਪੈਦਾ ਕਰਦਾ,
ਕਿਸਾਨ ਉਹਨੂੰ ਹੀ ਨਹੀਂ ਬਚਾ ਪਾ ਰਹੇ। ਮੰਡੀਆਂ ਦੇ ਵਿੱਚ ਤਾਂ ਚਲੋ ਠੀਕ ਹੈ, ਮੰਡੀਆਂ ਦੇ ਵਿੱਚ ਵੈਸੇ ਵੀ ਗੋਦਾਮਾਂ ਦੇ ਵਿੱਚ ਵੀ ਦੇਖ ਲਓ ਤੁਸੀਂ, ਬਿਲਕੁਲ ਕਿੰਨੇ ਲੱਖਾਂ ਟਨ ਅਨਾਜ ਸਿੱਟਿਆ ਹੋਇਆ ਖਰਾਬ ਹੁੰਦਾ ਹਰ ਸਾਲ। ਦੇਖੋ ਕਿੰਨਾ ਉਹਨੂੰ ਨਹੀਂ ਸਾਂਭ ਸਕੇ ਹਾਲੇ ਤੱਕ, ਉਹਨੂੰ ਨਹੀਂ ਇਹਨਾਂ ਤੋਂ ਉਹ ਪ੍ਰਬੰਧ ਨਹੀਂ ਹੋ ਸਕੇ ਕਿ ਉੱਥੇ ਜਾ ਕੇ ਤਾਂ ਹੀ ਤਾਂ ਪ੍ਰਾਈਵੇਟੇਸ਼ਨ ਜਿਹੜਾ ਹੈਗਾ ਕਰਨ ਲੱਗੇ, ਨਿੱਜੀ ਹੱਥਾਂ ਦੇ ਵਿੱਚ ਦੇਣ ਲੱਗੇ। ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਹੱਥਾਂ 'ਚ ਦੇਣ ਜਾ ਰਹੇ ਨੇ ਕਿ ਉਹ ਜਿਵੇਂ ਮਰਜ਼ੀ ਸਾਂਭਣ ਨਾ ਸਾਂਭਣ, ਸਾਡੀ ਜ਼ਿੰਮੇਵਾਰੀ ਤੇ ਨਾਲੇ ਲੁੱਟ ਕੇ ਖਾਣਗੇ। ਤੇ ਉਹ ਉਸ ਚੀਜ਼ ਦੇ ਵਿਰੁੱਧ ਜਿਹੜਾ ਹੈਗਾ ਕਿਸਾਨ ਅੱਜ ਉਤਰੇ ਨੇ। ਜਾਗਰੂਕ ਤਾਂ ਹੋਣਾ ਹੀ ਹੈ, ਹੁਣ ਜਾਗਰੂਕ ਵੀ ਹੋ ਰਹੇ ਨੇ। ਕਿੰਨਾ ਕੁ ਚੱਲੀ ਜਾਣਗੇ ਇੰਨੇ ਸਾਲਾਂ ਤੋਂ ਲਗਾਤਾਰ ਜਿਹੜਾ ਮਾਰ ਚੱਲ ਰਹੇ ਨੇ ਸਰਕਾਰਾਂ ਦੀ ਵੀ, ਮੌਸਮ ਦੀ ਵੀ, ਕੁਦਰਤ ਦੀ ਵੀ। ਤੇ ਜੇ ਅੱਜ ਮੰਡੀਆਂ ਦੇ ਵਿੱਚ ਕਿਸਾਨ ਆ ਰਿਹਾ ਤੇ ਉਹਨੂੰ ਕਹਿਣਾ 10 ਦਿਨ ਜਿਹੜਾ ਹੈਗਾ ਲੇਟ ਕਰ ਦਿਓ। ਇਹਦਾ ਮਤਲਬ ਇਹੀ ਹੈ ਕਿ ਜਿਹੜੇ ਕਿਸਾਨ ਦੇਸ਼ ਭਰ ਦੇ ਵਿੱਚ ਅੰਦੋਲਨ ਕਰ ਰਹੇ ਨੇ ਮੋਦੀ ਸਰਕਾਰ ਦੇ ਵਿਰੁੱਧ, ਉਹਨਾਂ ਨੂੰ ਸਬਕ ਸਿਖਾਉਣਾ ਮੰਨਿਆ ਜਾ ਰਿਹਾ ਹੈ। ਬਿਲਕੁਲ ਠੀਕ ਹੈ। ਬਾਕੀ ਸਰਕਾਰਾਂ ਵੀ ਕੀ ਕਰਨਗੀਆਂ, ਜਿਹੜਾ ਹੁਣ ਪ੍ਰਦਰਸ਼ਨ ਕਰ ਰਹੇ, ਕਿਉਂਕਿ ਇਹ ਵੀ ਰੋਲ ਅਦਾ ਨਹੀਂ ਕਰ ਪਾ ਰਹੀਆਂ ਪੂਰਾ ਆਪਦਾ। ਜਿਹੜੀਆਂ ਸਰਕਾਰਾਂ ਸਟੇਟਸ ਦੀਆਂ ਗੌਰਮੈਂਟਸ ਨੇ ਉਹਨਾਂ ਕੋਲ ਵੀ ਤਾਂ ਅਧਿਕਾਰ ਹੁੰਦੇ ਨੇ, ਉਹ ਝਾਕ ਰੱਖਦੀਆਂ ਨੇ ਸੈਂਟਰ ਵਾਲੇ ਪਾਸੇ, ਕਿਉਂਕਿ ਪਹਿਲਾਂ ਉਹਨਾਂ ਨੇ ਕੋਈ ਕਦਮ ਹੀ ਨਹੀਂ ਚੁੱਕਿਆ ਹੁੰਦਾ ਵੀ ਜੇ ਇਦਾਂ ਦੀ ਸਥਿਤੀ ਬਣ ਜਾਂਦੀ ਸੁਧਾਰ ਕਰ ਸਕਦੇ ਨਾ, ਸਾਰਾ ਕੁਝ ਹੋ ਜਾਂਦਾ ਹੈ। ਉਹੀ ਗੱਲ ਹੈ ਕਿ ਉਹਨਾਂ ਨੂੰ ਐ ਹੁੰਦਾ ਕਿ ਸੈਂਟਰ ਗੌਰਮੈਂਟ ਦੀ ਜ਼ਿੰਮੇਵਾਰੀ ਅਸੀਂ ਉਹਨਾਂ ਦੇ ਸਿਰ ਭਾਂਡਾ ਬੰਨ ਦਾਂਗੇ, ਆਪ ਚੁੱਪ ਬੈਠੇ ਹੁੰਦੇ ਆ। ਤੇ ਉਹ ਚੀਜ਼ਾਂ ਦਾ ਵਿਰੁੱਧ ਜਿਹੜੇ ਕਿਸਾਨ ਉਤਰੇ ਨੇ। ਹੁਣ ਆ ਕਰਨਾਲ ਦੇਖੋ, CM ਦਾ ਘਰ ਘੇਰਿਆ ਹਰਿਆਣਾ ਦੇ ਵਿੱਚ, ਤੇ ਉੱਥੇ ਵੀ ਖਿੱਚਤੂ ਹੋਈ ਆ। ਅਨਿਲ ਵਿਜ ਦਾ ਘਰਾਓ ਹੋਇਆ, ਤੇ ਪੰਚਕੂਲਾ ਦੇ ਵਿੱਚ ਵੀ ਪੁਲਿਸ ਨਾਲ ਝੜਪ ਹੋਈ ਹੈ। ਪੰਜਾਬ ਦੇ ਵਿੱਚ ਵੀ ਕਾਂਗਰਸੀਆਂ ਦਾ ਘਰਾਓ ਹੋ ਰਿਹਾ, ਜਾਂ DC ਦਫ਼ਤਰਾਂ ਦੇ ਬਾਹਰ ਜਿਹੜੇ ਧਰਨੇ ਲੱਗੇ ਆ, ਮੈਮੋਰੰਡਮ ਦਿੱਤੇ ਜਾ ਰਹੇ ਆ। ਕਰਨ ਤਾਂ ਕੀ ਕਰਨ ਵਿਚਾਰੇ, ਆਪਣੀ ਮੰਗ ਹੀ ਰੱਖ ਸਕਦੇ ਆ। ਜ਼ੋਰ ਤਾਂ ਕੋਈ ਚੱਲ ਨਹੀਂ ਰਿਹਾ, ਹੁਣ ਘਰਾਓ ਕਰ ਸਕਦੇ ਆ ਜਾਂ ਅੰਦੋਲਨ ਕਰ ਸਕਦੇ ਆ। ਪਰਵਿੰਦਰ ਜੀ, ਤੁਸੀਂ ਇੱਕ ਗੱਲ ਹੋਰ ਦੇਖੋ, ਮੈਂ ਸੋਚਦਾ ਹੁੰਦਾ ਕਿ ਜਦੋਂ ਖੇਤੀ ਅੰਦੋਲਨ ਚੱਲ ਰਿਹਾ ਹੈ ਕਿ ਸਰਕਾਰ ਦੀ ਲੜਾਈ ਵੀ ਕਿਸਾਨ ਲੜ ਰਹੇ ਨੇ। ਉਹ ਕਿਵੇਂ? ਹੁਣ ਸੈਂਟਰ ਦੀ ਗਵਰਨਮੈਂਟ ਨੇ 3 ਖੇਤੀ ਨਾਲ ਸੰਬੰਧਿਤ ਕਾਨੂੰਨ ਬਣਾਏ, ਸਰਕਾਰ 'ਚ ਦਖਲਅੰਦਾਜ਼ੀ ਦਿੱਤੀ, ਸੂਬੇ ਦੇ ਕੋਈ ਵੱਧ ਅਧਿਕਾਰ ਨੇ, ਖੇਤੀ ਜੋ ਸਟੇਟ ਸਬਜੈਕਟ ਹੈ, ਕੇਂਦਰ ਦਖਲ ਨਹੀਂ ਦੇ ਸਕਦੀ। ਸਟੇਟ ਸਰਕਾਰ ਨਹੀਂ ਬੋਲਦੀ, ਕੇਂਦਰ ਨੂੰ ਨਹੀਂ ਕਹਿੰਦੇ ਹੋ ਕਿ ਤੁਸੀਂ ਸਾਡੇ 'ਚ ਦਖਲ ਦੇ ਰਹੇ ਹੋ, ਕਿਸਾਨ ਕਹਿੰਦੇ ਨੇ ਕਿ ਤੁਸੀਂ ਸਰਕਾਰ ਦੇ ਕੰਮਾਂ 'ਚ ਦਖਲ ਦੇ ਰਹੇ ਹੋ। ਉਹੀ ਗੱਲ ਜਿਹੜੀ ਆਪਾਂ ਕਰਨੀ ਚਾਹੁੰਦੇ ਸੀਗੇ ਕਿ ਜਦੋਂ ਸਟੇਟ ਗੌਰਮੈਂਟਸ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਨੇ, ਜੇ ਆਪਣਾ ਰੋਲ ਅਦਾ ਕਰਨ ਬਕਾਇਦਾ ਤੌਰ ਤੇ, ਸੰਵਿਧਾਨਕ ਹੱਕ ਹੈਗੇ ਨੇ, ਸੰਵਿਧਾਨਕ ਅਧਿਕਾਰ ਹੈਗੇ ਨੇ ਇਹਨਾਂ ਕੋਲ। ਜਦੋਂ ਇੱਕ ਸਟੇਟ ਦਾ ਕਿਸਾਨ ਖਤਮ ਹੋ ਰਿਹਾ, ਉਹ ਰੌਲਾ ਪਾ ਰਿਹਾ ਹੈ, ਤੇ ਸਰਕਾਰਾਂ ਦੇ ਕੰਮ ਕੀ ਨੇ? ਫਿਰ ਕਿਉਂ ਚੁਣੀਆਂ ਜਾਂਦੀਆਂ ਨੇ ਸੂਬਾ ਸਰਕਾਰਾਂ ਨੂੰ? ਕਿਉਂ ਚੁਣਿਆ ਜਾਂਦਾ? ਕਿਉਂ ਪੈਸਾ ਗਰਕ ਕੀਤਾ ਜਾਂਦਾ? ਕਿਉਂ ਖਰਚ ਕੀਤਾ ਜਾਂਦਾ ਚੋਣਾਂ ਤੇ ਕਰੋੜਾਂ ਰੁਪਇਆ, ਅਰਬਾਂ ਰੁਪਇਆ? ਤੇ ਕਿਉਂ ਸਰਕਾਰਾਂ ਬਣਾਈ ਜਾਂਦੀਆਂ, ਲੱਖਾਂ ਰੁਪਏ ਦੀ ਤਨਖਾਹਾਂ ਲੈ ਜਾਂਦੇ ਨੇ, ਕਰੋੜਾਂ ਰੁਪਏ ਦੇ ਮਹੀਨੇ 'ਚ? ਇਹ MLA ਕਾਹਦੇ ਵਾਸਤੇ ਬਣਾਏ ਹੋਏ ਨੇ? ਜੇ ਸੈਂਟਰ ਗੌਰਮੈਂਟ ਦੇ ਹੀ ਆਪਣਾ ਲਗਾਮ ਹੱਥ 'ਚ ਰੱਖਣੀ ਹੈ, ਸੈਂਟਰ ਗੌਰਮੈਂਟ ਤੋਂ ਹੀ ਫੰਡ ਨੇ, ਸੈਂਟਰ ਗੌਰਮੈਂਟ ਨੇ ਲਾਉਣੇ ਨੇ, ਸੈਂਟਰ ਗੌਰਮੈਂਟ ਤੋਂ ਹੀ ਖਾਣੇ ਨੇ, ਉਹਨਾਂ ਨੇ ਸਾਰਾ ਕੁਝ ਕਰਨਾ। ਫਿਰ ਜਦੋਂ ਇਹਨਾਂ ਦੀ ਡਿਊਟੀ ਬਣਦੀ ਹੈ ਤੇ ਇਹਨਾਂ ਦੀ ਸੁਣਵਾਈ ਨਹੀਂ, ਤੇ ਨਾ ਇਹ ਅੱਗੇ ਬੋਲਣ ਜੋਗੇ ਨੇ, ਨਾ ਇਹ ਬੋਲਦੇ ਨੇ, ਫਿਰ ਤਾਂ ਕੰਮ ਖਤਮ ਨੇ। ਇਹ ਤਾਂ ਮਤਲਬ ਐਂ ਕਹ ਲਓ ਵੀ ਆਪਣਾ ਘਰ ਕਰਨ ਨੂੰ ਬੈਠੇ ਨੇ, ਭਰਨ ਨੂੰ ਬੈਠੇ ਨੇ ਇਹ। ਬਾਕੀ ਜੋ ਮਰੇ ਖਪੇ ਇਹਨਾਂ ਨੇ ਕੁਝ ਨਹੀਂ ਲੈਣਾ। ਹੋਣਾ ਤਾਂ ਇਹ ਚਾਹੀਦਾ ਕਿ ਪਹਿਲੇ ਪਾਲਿਸੀ ਤਿਆਰ ਹੋਣੀ ਚਾਹੀਦੀ ਹੈ ਸਰਕਾਰਾਂ ਕੋਲ, ਕੇਂਦਰ ਤੋਂ ਇਲਾਵਾ, ਕੇਂਦਰ ਤੋਂ ਬਿਨਾਂ, ਕਿ ਜੇ ਕੇਂਦਰ ਇਦਾਂ ਕਰਦੀ ਹੈ ਤਾਂ ਅਸੀਂ ਕਿਵੇਂ ਬਚਾਅ ਕਰਨਾ। ਪਹਿਲੇ ਦਿਨ ਤੋਂ ਜਦੋਂ ਸਰਕਾਰ ਬਣ ਜਾਂਦੀ ਹੈ 5 ਸਾਲ ਦੀ ਯੋਜਨਾ ਉਲੀਕੀ ਜਾਣੀ ਚਾਹੀਦੀ ਹੈ ਉੱਥੇ, ਕਿ ਮੁਲਾਜ਼ਮਾਂ ਲਈ ਅਸੀਂ ਇੱਦਾਂ ਕਰਾਂਗੇ, ਲੇਬਰ ਲਈ ਅਸੀਂ ਇੱਦਾਂ ਕਰਾਂਗੇ, ਕਿਸਾਨਾਂ ਲਈ ਅਸੀਂ ਇੱਦਾਂ ਕਰਾਂਗੇ, ਛੋਟੇ ਵੱਡੇ ਵਪਾਰੀਆਂ ਲਈ ਇੱਦਾਂ ਕਰਾਂਗੇ, ਬੇਰੁਜ਼ਗਾਰਾਂ ਲਈ ਆਹ ਹੋਊਗਾ, ਮਹਿੰਗਾਈ ਜੇ ਵੱਧਦੀ ਹੈ ਤਾਂ ਹੋਊਗਾ। ਪਲੈਨਿੰਗ ਹੀ ਕੋਈ ਨਹੀਂ ਹੁੰਦੀ। ਜਦੋਂ ਕੁਛ ਆਉਂਦਾ ਦੇਖਾਂਗੇ ਜੀ, ਬੈਠੇ ਹੱਥ ਤੇ ਹੱਥ ਰੱਖੀ ਹੁਣ ਰੌਲਾ ਪਾਈ ਜਾਂਦੇ ਨੇ, ਜਿਵੇਂ ਕਾਂਗਰਸ 'ਚ ਪੈ ਹੀ ਰਿਹਾ ਹੁਣ, ਪਤਾ ਹੀ ਹੈ ਤੁਹਾਨੂੰ। ਫਿਰ ਬਾਅਦ ਦੇ ਵਿੱਚ ਲੋਕਾਂ ਨੂੰ ਸੱਚੇ ਸੁੱਚੇ ਹੋ ਕੇ ਦਿਖਾਉਣ ਦੀ, ਪਾਕ ਪਵਿੱਤਰ ਹੋਣ ਦੀ ਗੱਲ ਕਰਦੇ ਕਿ ਅਸੀਂ ਬੜਾ ਪੰਜਾਬੀਆਂ ਬਾਰੇ ਬੋਲਦੇ ਹਾਂ, ਪੰਜਾਬ ਬਾਰੇ ਅਸੀਂ ਵੀ ਬੋਲ ਸਕਦੇ ਹਾਂ। ਉਹ ਚੀਜ਼ਾਂ ਦਿਖਾਉਣ ਵਾਸਤੇ ਕਿ ਵੋਟਾਂ ਸਿਰ ਤੇ ਆ ਗਈਆਂ। 4.5 ਸਾਲ ਆਰਾਮ ਕਰਿਆ, ਸਰਾਣੇ ਥੱਲੇ ਬਾਹਰ ਰੱਖ ਕੇ ਸੌਂਦੇ ਰਹੇ, ਤੇ ਹੁਣ ਸਾਰਾ ਕੁਝ ਯਾਦ ਆ ਰਿਹਾ। ਸਾਰੀਆਂ ਸਰਕਾਰਾਂ ਦਾ ਇਹੀ ਹਾਲ ਆ। ਇਕੱਲੇ ਇੱਕ ਕਾਂਗਰਸ ਦੀ ਕੋਈ ਗੱਲ ਕਰਦੇ ਜਾਂ BJP ਦੀ ਕੋਈ ਗੱਲ ਕਰਦੇ, ਅਕਾਲੀਆਂ ਨੇ ਵੀ ਆਹੀ ਕੀਤਾ। ਹੋਰ ਸਟੇਟਾਂ ਦੇ ਵਿੱਚ ਜਾ ਕੇ ਦੇਖੋ ਜਿੱਥੇ ਸਰਕਾਰਾਂ ਨੇ, ਉਹਨਾਂ ਦਾ ਵੀ ਹਾਲ ਇਹੀ ਆ। ਕਿਸਾਨ, ਮਜ਼ਦੂਰ, ਮੁਲਾਜ਼ਮ, ਬੇਰੁਜ਼ਗਾਰ ਤੇ ਸਿੱਖਿਆਹੀਣ, ਸਕੂਲ ਕਹਿ ਲਓ ਆਪਾਂ ਤਾਂ, ਸਿੱਖਿਆ ਤੋਂ ਵਾਂਝੇ ਹੀ ਨੇ ਸਕੂਲ ਅੱਜ ਕੱਲ੍ਹ। ਸਿਹਤ ਸਹੂਲਤਾਂ ਸਭ ਦਾ ਹੀ ਮਾੜਾ ਹਾਲ ਹੈ। ਲੋਕਾਂ ਨੂੰ ਤਾਂ ਮਤਲਬ ਕਹਿ ਸਕਦੇ ਕਿ ਲੋਕਾਂ ਨੂੰ ਤਾਂ ਇੱਕ ਝਾਕ ਰਹਿੰਦੀ ਹੈ ਕਿ ਸ਼ਾਇਦ ਇਹ ਨਵਾਂ ਆ ਜੇ ਜੀ, ਸ਼ਾਇਦ ਇਹ ਬਦਲਦੇ ਨਿਜ਼ਾਮ,
ਇਹਨੂੰ ਮੌਕਾ ਦੇ ਲਓ, ਫਿਰ 5 ਸਾਲ ਲੁੱਟੇ ਜਾਂਦੇ ਫਿਰ 5 ਸਾਲ ਇਹੀ ਉਤਾਰ ਚੜ੍ਹਾਅ ਚੱਲਦਾ ਆ ਰਿਹਾ। ਪਰ ਹੁਣ ਜਿਹੜਾ ਇਹ ਫੈਸਲਾ ਹੈ, ਇਹੀ ਗੱਲ ਲੱਗਦੀ ਹੈ ਕਿ ਸਰਕਾਰ ਜਿਹੜਾ ਸਬਕ ਸਿਖਾਉਣਾ ਚਾਹੁੰਦੀ ਹੈ ਕਿਸਾਨਾਂ ਨੂੰ ਕਿ ਇਹ ਮੇਰੇ ਵਿਰੁੱਧ ਕਿਵੇਂ ਅੰਦੋਲਨ ਕਰ ਰਹੇ ਨੇ, ਇੱਦਾਂ ਲੰਬਾ ਅੰਦੋਲਨ ਕਿਵੇਂ ਚੱਲ ਗਿਆ। ਹੁਣ ਉਧਰਲੇ ਪਾਸਿਓਂ ਤਾਂ ਮਾਰਨੀ ਪਈ, ਨਾ ਮਾਰ ਸਕੀ ਸਰਕਾਰ, ਤੇ ਹੁਣ ਇੱਧਰਲੇ ਪਾਸੇ ਉਹਨਾਂ ਨੂੰ ਘੇਰਨ ਦਾ ਯਤਨ ਹੈ, ਨਾਲ ਕੋਰਟਾਂ ਦਾ ਸਹਾਰਾ ਲਿਆ ਜਾ ਰਿਹਾ। ਇਸੇ ਕਰਕੇ ਹੈ ਕਿ ਅੰਦੋਲਨ ਚੱਲ ਰਿਹਾ ਜਿਹੜਾ ਜੀ। ਪਰਮਿੰਦਰ ਜੀ, ਅਗਲੀ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ, ਜਦੋਂ ਰੇਲਵੇ ਟਰੈਕ ਤੇ ਕਿਸਾਨ ਬੈਠੇ ਸੀ ਉਦੋਂ ਕਈਆਂ ਦੇ ਕੇਸ ਪਾ ਦਿੱਤੇ ਗਏ ਸੀ, ਤੇ ਹੁਣ ਨਵੇਂ ਚੁਣੇ ਗਏ ਸੀਐਮ ਚੰਨੀ ਨੇ ਕਿਹਾ ਕਿ ਉਹ ਕੇਸ ਰੱਦ ਹੋਣਗੇ, ਵਾਪਸ ਲਏ ਜਾਣਗੇ। ਹਾਂ ਦੇਖੋ, ਉਹ ਲੈਣੇ ਵੀ ਚਾਹੀਦੇ ਨੇ। ਜਾਂ ਤਾਂ ਉਹ ਦੇਖੋ ਸੰਘਰਸ਼ ਕਿਉਂ ਕਰ ਰਹੇ ਨੇ, ਕਾਰਨ ਲੱਭਿਆ ਜਾਣਾ ਚਾਹੀਦਾ ਹੈ। ਪਰਚਾ ਦੇਣ ਨੂੰ ਤਾਂ ਜਿੱਦੋਂ ਮਰਜ਼ੀ ਦੇ ਦਿਓ, ਪਰਚਾ ਦੇਣ ਨੂੰ ਤਾਂ ਪੁਲਿਸ ਤਾਂ ਬੈਠੀ ਹੈ, ਉਹਦਾ ਕੰਮ ਹੀ ਹੈ ਗਰੀਬਾਂ ਮਜ਼ਲੂਮਾਂ ਦੇ ਉੱਤੇ ਪਰਚੇ ਦੇ ਕੇ ਅੰਦਰ ਕਰਨਾ। ਵੱਡਿਆਂ ਨੂੰ ਤਾਂ ਹੱਥ ਪਾ ਹੀ ਨਹੀਂ ਸਕਦੇ, ਉਹ ਨਾ ਪੈਣ ਦਿੰਦਾ ਕੋਈ ਵੱਡਾ ਹੱਥ। ਸੁਮੇਧ ਸੈਣੀ ਵਰਗੇ ਦੇਖੋ, ਗੱਡੀ ਵੱਡੀ, ਸਾਰਾ ਕੁਝ ਇੱਕ ਪ੍ਰੂਫ ਹੈ, ਸਬੂਤ ਹੈ ਇਹ ਕਿ ਉਹਨੂੰ ਹੱਥ ਪਿਆ ਕਿਸੇ ਦਾ। ਸਾਰੀਆਂ ਏਜੰਸੀਆਂ ਵੀ ਮਗਰ ਲੱਗ ਗਈਆਂ, ਇੱਥੇ ਫਿਰੀ ਗਿਆ, ਲੱਭ ਹੀ ਨਹੀਂ ਸਕਿਆ ਉਹਨੂੰ। ਆ ਗਰੀਬ ਵਿਚਾਰਾ ਕੋਈ ਚੱਪਲ ਚੱਕ ਲਿਆ, ਉਹਨੂੰ ਅੱਧੇ ਪੌਣੇ ਘੰਟੇ 'ਚ ਫੜ ਕੇ ਨਾਲੇ ਕਟਾਈ ਕਰ ਦਿੰਦੇ ਆ, ਨਾਲੇ ਅੰਦਰ ਰੱਖਦੇ ਆ। ਉਹਦਾ ਪਰਿਵਾਰ ਸਾਰਾ ਹੱਥ ਜੋੜੀ ਫਿਰਦਾ ਹੁੰਦਾ, ਤੇ ਉਹ ਤੋਂ ਵੀ ਪੈਸੇ ਪੂਸੇ ਲੈ ਕੇ ਫਿਰ ਵੀ ਜ਼ਮਾਨਤਾਂ ਕਰਵਾ ਦਿੰਦੇ ਆ। ਤਾਂ ਮਤਲਬ ਕਹਿਣ ਦਾ ਭਾਵ ਹੈ ਕਿ ਹੱਕ ਲਈ ਲੜ ਰਹੇ ਨੇ, ਤੇ ਕਾਰਨ ਤਾਂ ਦੇਖੋ ਨਾ, ਜਿਹੜਾ ਜਿਹਦੇ ਕਾਰਨ ਸੜਕਾਂ ਤੇ ਆਇਆ, ਜਿਹਦੇ ਕਾਰਨ ਰੇਲਵੇ ਟਰੈਕ ਰੁਕੇ, ਉਹਨਾਂ ਤੇ ਪਰਚੇ ਦਰਜ ਕਰੋ। ਸੰਵਿਧਾਨ ਤਾਂ ਕਹਿੰਦਾ ਹੀ ਹੈ। ਬਿਲਕੁਲ। ਜੇ ਤੁਸੀਂ ਸੰਵਿਧਾਨਕ ਤੌਰ ਤੇ ਚੱਲਣਾ ਹੀ ਨਹੀਂ, ਫਿਰ ਕਿ ਫਾਇਦਾ ਕੀ? ਫਿਰ ਤਾਂ ਠੀਕ ਹੈ, ਤੁਹਾਡੀ ਮਨਮਰਜ਼ੀ ਹੈ, ਤਾਨਾਸ਼ਾਹੀ ਤੁਹਾਡਾ ਰੂਪ ਹੈ, ਕਰ ਸਕਦੇ ਹੋ। ਪਰਚੇ ਕਿਉਂ ਦਿੱਤੇ ਇਹ ਵੀ ਦੇਖੋ, ਕਿਹਨੇ ਦਿੱਤੇ ਇਹ ਵੀ ਦੇਖੋ, ਉਹਨਾਂ ਨੂੰ ਪੁੱਛੋ। ਦੇਸ਼ ਧਰੋਹ ਦਾ ਮਾਮਲਾ ਵੀ ਦੇਖ ਲਓ, ਤੇ ਕਿਵੇਂ ਦੇਸ਼ ਧਰੋਹ ਦਾ ਮਾਮਲਾ ਦੇ ਕੇ ਅੰਦਰ ਕਰਦਾ, ਜ਼ਮਾਨਤ ਹੀ ਨਹੀਂ ਹੁੰਦੀ, ਪਰ ਬਾਅਦ 'ਚ ਉਹੀ ਬੰਦਾ ਬਰੀ ਆ ਜਾਂਦਾ। ਬਿਲਕੁਲ, ਇਹ ਤਾਂ ਸਾਡਾ ਸਿਸਟਮ ਬਣ ਚੁੱਕਿਆ। ਤੁਸੀਂ ਪੜਤਾਲ ਕਰੋ ਨਾ, ਕਾਰਨ ਲੱਭੋ, ਕਾਰਨ ਕੀ ਨੇ। ਅਨਿਲ ਵਿਜ ਦਾ ਬਿਆਨ ਦੇਖਿਆ ਹੁਣ, ਅਨਿਲ ਵਿਜ ਦਾ ਕੀ ਬਿਆਨ ਆਇਆ, ਉਹ ਦੱਸ ਰਿਹਾ ਕਿ ਹਿੰਸਕ ਹੁੰਦਾ ਜਾ ਰਿਹਾ ਹੈ, ਲਗਾਤਾਰ ਹਿੰਸਾ ਫੈਲਦੀ ਰਹੀ, ਕਿਸੇ ਦੇ ਸਿਰ ਪਾੜਨੇ, ਜੇ ਕਰਨੇ, ਹਿੰਸਾ ਹੈ, ਅੰਦੋਲਨ ਥੋੜੀ ਹੈ। ਜਦੋਂ ਤੁਸੀਂ ਸਿਰ ਪਾੜਦੇ ਹੋ ਉਦੋਂ ਕੀ ਹੁੰਦੀ ਹੈ? ਉਦੋਂ ਲੋਕਤੰਤਰ ਨਹੀਂ ਹੁੰਦਾ, ਲੋਕਤੰਤਰ ਖਤਮ ਕਰਦਾ ਕਹਿੰਦੇ ਅੰਦੋਲਨ ਨੇ, ਅਨਿਲ ਵਿਜ ਕਹਿੰਦਾ। ਉਹ ਕਹਿੰਦੇ ਗਾਂਧੀ ਜੀ ਜਨਮ ਦਿਨ ਤੇ ਹਿੰਸਕ, ਹਾਂ ਬਈ ਹਿੰਸਾ ਫੈਲਾ ਰਿਹਾ, ਹੁਣ ਦਿਨ ਪ੍ਰਤੀ ਦਿਨ ਹਿੰਸਾ ਹੁੰਦੀ ਜਾ ਰਹੀ ਹੈ। ਕਹਿੰਦਾ ਕਿਸਾਨ ਆਗੂਆਂ ਨੂੰ ਚਾਹੀਦਾ ਕਿ ਇਹਦੀ ਜਾਂਚ ਵੀ ਕਰਨ। ਹਾਲਾਂਕਿ ਤੁਸੀਂ ਗੱਲ ਕਰਦੇ ਹੋ ਗਾਂਧੀ ਦੀ, ਨੱਥੂ ਰਾਮ ਗੋਡਸੇ ਨੂੰ ਸਾਰੀ ਬੀਜੇਪੀ ਪੂਜਦੀ ਹੈ, ਉਹਨੇ ਤਾਂ ਗਾਂਧੀ ਦਾ ਕਤਲ ਕੀਤਾ ਸੀ। ਹਾਂ ਉਹੀ ਗੱਲ ਹੈ। ਨਾਲੇ ਜਦੋਂ ਤੁਸੀਂ ਆਰਡਰ ਕਰਦੇ ਹੋ, ਜਦੋਂ ਤੁਸੀਂ ਕਹਿੰਦੇ ਹੋ ਕਿ ਸਿਰ ਭੰਨ ਦਿਓ, ਜਦੋਂ ਤੁਸੀਂ ਕਹਿੰਦੇ ਪਾਣੀ ਦਾ ਵਿਛੋੜਾ ਮੋਰੋ, ਲਾਠੀ ਚਾਰਜ ਕਰ ਦਿਓ, ਉਦੋਂ ਲੋਕਤੰਤਰ ਕਿੱਥੇ ਹੁੰਦਾ? ਤੁਹਾਡੇ ਕੋਲ ਕੀ ਰਾਈਟਸ? ਜਦੋਂ ਜੇ ਕੋਰਟ ਬਣੀ ਹੈ, ਜੇ ਅਦਾਲਤਾਂ ਹੈਗੀਆਂ ਨੇ ਨਿਆਂ ਦੇ ਲਈ, ਤੁਸੀਂ ਨਿਆਂ ਦੇਣ ਲਈ ਤੁਸੀਂ ਕੌਣ ਹੁੰਦੇ ਹੋ? ਜਾ ਕੇ ਕੋਰਟਾਂ 'ਤੇ ਪੇਸ਼ ਕਰੋ। ਜਦੋਂ ਅੰਦੋਲਨ ਕਰ ਰਿਹਾ, ਕੋਈ ਹਿੰਸਕ ਕਾਰਵਾਈ ਨਹੀਂ ਹੋ ਰਹੀ, ਉਸ ਬੈਰੀਕੇਡ ਲਾ ਕੇ ਰੋਕ ਰਿਹਾ, ਠੀਕ ਹੈ, ਉਹ ਬੈਰੀਕੇਡ ਤੋੜ ਕੇ ਅੱਗੇ ਆ ਗਏ, ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਇਆ, ਨਾਅਰੇਬਾਜ਼ੀ ਕਰ ਰਹੇ ਆ, ਨੇੜੇ ਆ ਕੇ ਕਰਨ ਲੱਗ ਗਏ। ਬਿਲਕੁਲ ਠੀਕ ਹੈ, ਤੇ ਤੁਸੀਂ ਜਾ ਕੇ ਉਹਨਾਂ ਦੇ ਡਾਂਗਾ ਮਾਰਦੇ ਹੋ। ਇਹ ਲੋਕਤੰਤਰ ਦਾ ਕਹਾਣ ਨਹੀਂ ਹੈ। ਇਹਦੇ ਤੇ ਕੋਈ ਨਹੀਂ ਬੋਲਦਾ, ਨਾ ਇਹਨਾਂ ਨੇ ਬੋਲਣਾ। ਇਹ ਸਾਰਾ ਜਿਹੜਾ ਹੈਗਾ ਸਿਸਟਮ ਹੈ, ਜਿਹੜਾ ਇਹਨਾਂ ਨੇ ਆਪ ਵਿਗਾੜਿਆ ਹੋਇਆ, ਲੋਕਾਂ ਨੂੰ ਲੁੱਟਣ ਤੇ ਕੁੱਟਣ ਤੱਕ ਦਾ ਲੱਕ ਬੰਨਿਆ ਹੋਇਆ ਜੀ। ਕਿੰਨੇ ਬੀਜੇਪੀ 'ਚ ਦਾਗੀ ਨੇਤਾ ਨੇ, ਕਿੰਨੇ ਬਲਾਤਕਾਰੀ ਨੇ, ਕਿੰਨੇ ਜੋ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ, ਉਹਨਾਂ ਨੂੰ ਚੁਣਨਾ ਲੋਕਤੰਤਰ ਦਾ ਉਹ ਨਹੀਂ ਹੈ, ਕਹਾਣ ਨਹੀਂ ਹੈ। ਬਿਲਕੁਲ ਉਹਨਾਂ ਤੇ ਕੋਈ ਕਾਰਵਾਈ ਨਹੀਂ। ਸਗੋਂ ਤਾਂ ਮੈਂ ਕਹਿੰਦਾ ਭਗੌੜੇ ਹੁੰਦੇ ਹੋਏ ਵੀ ਸ਼ਰੇਆਮ ਉਹਨਾਂ ਦੀ ਪੁਲਿਸ ਰਾਖੀ ਕਰ ਰਹੀ ਹੁੰਦੀ ਹੈ, ਗਾਰਡ ਬਣੀ ਫਿਰ ਰਹੀ ਹੁੰਦੀ ਹੈ। ਅਰੈਸਟ ਕਰਨਾ ਤਾਂ ਦੂਰ ਦੀ ਗੱਲ ਹੈ, ਉਹਨਾਂ ਦੇ ਲੋਕਾਂ ਨੂੰ ਨਹੀਂ ਨੇੜੇ ਲੱਗਣ ਦੇ ਦਿੰਦਾ, ਪੁਲਿਸ ਰੋਕ ਰਹੀ ਹੁੰਦੀ ਹੈ। ਅਪਰਾਧਿਕ ਮਾਮਲੇ ਦਰਜ ਨੇ ਉਹਨਾਂ ਤੇ, ਅਤੇ ਉਹ ਲੀਡਰ ਬਣੇ ਫਿਰਦੇ ਨੇ, ਸਰਕਾਰੀ ਗੱਡੀਆਂ, ਸਰਕਾਰੀ ਸਹੂਲਤਾਂ ਮਾਣ ਰਹੇ ਨੇ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਜੀ ਪਰਮਿੰਦਰ ਜੀ, ਗੱਲ ਕਰਾਂਗੇ ਕਾਂਗਰਸ ਪਾਰਟੀ ਦੀ। ਨਵਜੋਤ ਸਿੰਘ ਸਿੱਧੂ ਕਹਿੰਦੇ ਮੇਰੇ ਕੋਲ ਭਾਵੇਂ ਅਹੁਦਾ ਰਹੇ ਜਾਂ ਨਾ ਰਹੇ, ਮੈਂ ਪ੍ਰਿਯੰਕਾ ਤੇ ਰਾਹੁਲ ਦੇ ਨਾਲ ਆ। ਨਹੀਂ, ਇਹਦੇ ਨਾਲ ਪੰਜਾਬ ਨੂੰ ਲਾਭ ਤਾਂ ਕੋਈ ਨਹੀਂ ਹੋਣਾ। ਜਿਸ ਲਾਭ ਦੀ ਤੁਸੀਂ ਗੱਲ ਕੀਤੀ ਸੀ, ਪ੍ਰਿਯੰਕਾ ਨਾਲ ਖੜੋ ਜਾਂ ਰਾਹੁਲ ਨਾਲ ਜਾਂ ਦੋਵਾਂ ਨਾਲ ਖੜੋ, ਚਾਹੇ ਸੋਨੀਆ ਨਾਲ ਖੜੋ, ਕਿਸੇ ਨਾਲ ਖੜੋ, ਤੁਹਾਨੂੰ ਕੌਣ ਰੋਕ ਸਕਦਾ? ਆਜ਼ਾਦ ਹੋ ਤੁਸੀਂ। ਗੱਲ ਤਾਂ ਇਹ ਹੈ ਕਿ ਤੁਸੀਂ ਮੁੱਦਿਆਂ ਦੇ ਹੱਲ ਲਈ ਕੀ ਕਰੋਗੇ। ਤੁਸੀਂ ਹੁਣ ਜਿਹੜਾ ਘਟਨਾਕ੍ਰਮ ਅਹੁਦਿਆਂ ਪਿੱਛੇ ਤਾਂ ਲੜਾਈ ਹੋ ਰਹੀ ਹੈ ਤੁਹਾਡੀ, ਹੁਣ ਸਾਬਤ ਤਾਂ ਹੋ ਗਿਆ ਇਹਦੇ ਪਿੱਛੇ। ਹੁਣ ਸਾਬਤ ਕੀ ਕਰਨਾ ਚਾਹੁੰਦੇ ਹੋ? ਪਹਿਲਾਂ ਤਾਂ ਕਹਿੰਦੇ ਸੀ ਅਹੁਦਾ ਨਹੀਂ ਹੈਗਾ ਮੇਰੇ ਕੋਲ, ਪਾਵਰ ਨਹੀਂ ਹੈ, ਲੋਕਾਂ ਲਈ ਕੁਝ ਕਰਨਾ ਚਾਹੁੰਦਾ, ਪੰਜਾਬ ਲਈ ਕੁਝ ਕਰਨਾ ਚਾਹੁੰਦਾ। ਪਾਵਰ ਹੋਊਗੀ ਜਦੋਂ ਸਾਡੀ ਸਰਕਾਰ ਆਈ, ਅਸੀਂ ਐਂ ਕਰ ਦਾਂਗੇ। ਹੁਣ ਸਰਕਾਰ ਆ ਗਈ, ਹੁਣ ਕਦੇ ਅਹੁਦਿਆਂ ਦੀ ਲੋੜ ਨਹੀਂ ਹੈਗੀ। ਮਤਲਬ ਕੀ ਹੈ, ਬੁੱਧੂ ਹੀ ਬਣਾਇਆ ਜਾ ਰਿਹਾ ਲੋਕਾਂ ਨੂੰ। ਕੋਸ਼ਿਸ਼ ਹੈ ਕਿ ਆਪਣੇ ਆਪ ਨੂੰ, ਉਹੀ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਹਟਿਆ, ਕਿ ਆਪਣੇ ਆਪ ਨੂੰ ਸਾਫ਼ ਸੁਥਰਾ, ਮੈਂ ਹੀ ਰਿਪਰੈਜ਼ੈਂਟ ਕਰ ਸਕਦਾ, ਤੇ ਮੈਂ ਇੱਦਾਂ ਕਰ ਸਕਦਾ ਕਿ ਮੈਂ ਬਦਲਾ ਲਿਆ ਦੂੰਗਾ, ਨਿਜ਼ਾਮ ਬਦਲ ਦੂੰਗਾ।
ਜਦੋਂ ਤੱਕ ਤੁਸੀਂ ਹਾਈ ਕਮਾਂਡ ਦੇ ਅੰਡਰ ਹੋ ਕੁਝ ਨਹੀਂ ਕਰ ਸਕਦੇ। ਇਹ ਅੱਜ ਵੀ ਕਿਹਾ ਸੀ, ਹਰ ਇੱਕ ਪ੍ਰੋਗਰਾਮ 'ਚ ਕਹਿਣਾ ਮੈਂ, ਜਦੋਂ ਸਿੱਧੂ ਸਾਹਿਬ ਦੀ ਗੱਲ ਹੁੰਦੀ ਹੈ ਹਰ ਇੱਕ ਪ੍ਰੋਗਰਾਮ ਦੇ ਵਿੱਚ ਇਹ ਗੱਲ ਆ ਰਹੀ ਹੈ ਮੇਰੇ ਕਿ ਤੁਸੀਂ ਹਾਈ ਕਮਾਂਡ ਦੇ ਅੰਡਰ ਹੋ, ਤੁਸੀਂ ਕੁਝ ਨਹੀਂ ਕਰ ਸਕਦੇ, ਚਾਹੇ ਉਹਦਾ ਹੋਵੇ ਤੁਹਾਡੇ ਕੋਲ ਚਾਹੇ ਨਾ ਹੋਵੇ, ਜਿੱਡਾ ਮਰਜ਼ੀ ਉਹਦਾ ਪ੍ਰਾਪਤ ਕਰ ਲਓ, ਤੁਸੀਂ ਹਾਈ ਕਮਾਂਡ ਦੇ ਅੰਡਰ ਰਹੋਗੇ, ਕੁਝ ਨਹੀਂ ਕਰ ਸਕਦੇ, ਉਹਨਾਂ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ। ਜੇ ਮਨ ਮਰਜ਼ੀ ਕਰੋਗੇ ਤਾਂ ਉਹਨਾਂ ਨੇ ਦੱਸਤਾ ਕਿ ਕੈਪਟਨ ਬਾਹਰ ਕਰ ਸਕਦਾ, 52 ਸਾਲ ਦਾ ਕੈਰੀਅਰ ਹੈ ਤਾਂ ਕਿਸੇ ਨੂੰ ਵੀ ਕੱਢ ਸਕਦੇ। ਜੇ ਕਾਰਗੁਜ਼ਾਰੀ ਦੇ ਬਦਲੇ ਕੈਪਟਨ ਤੇ ਕਾਰਵਾਈ ਹੋਣੀ ਹੁੰਦੀ ਤਾਂ ਅੱਜ ਤੋਂ ਪਹਿਲਾਂ ਹੋ ਜਾਂਦੀ ਸੀ। ਕੰਮ ਤਾਂ ਕਿਤੇ ਵੀ ਨਹੀਂ ਹੋਇਆ। ਕਦੋਂ ਹੋਇਆ? ਕੈਪਟਨ ਨੇ ਕਿਹੜੇ ਮਾਰ ਲਏ ਸੀ ਜਿਹੜੇ ਵੀ ਹਾਂ ਐਤਕੀ ਨਹੀਂ ਕੰਮ ਕੀਤਾ, ਪਹਿਲਾਂ ਕਿਹੜੀਆਂ ਸਰਕਾਰਾਂ ਨੇ ਕਰ ਲਿਆ? ਕਾਂਗਰਸ ਦੀਆਂ ਨੇ, ਉੱਥੇ ਹੀ ਨੇ। ਪੰਜਾਬ ਦਾ ਤਾਂ ਉਹੀ ਹਾਲ ਹੈ। ਦੱਸ ਦਿਓ ਕੀ ਸੁਧਾਰ ਹੋਇਆ? ਕੋਈ ਬਾਂਹ ਖੜੀ ਕਰਕੇ ਕਹਿ ਦੇਵੇ ਪਿਛਲੇ 25-30 ਸਾਲਾਂ ਦਾ ਵੇਰਵਾ ਦੇ ਦੇਵੇ ਵੀ ਆਹ ਸੁਧਾਰ ਹੋਏ ਨੇ। ਸੜਕਾਂ ਬਣਦੀਆਂ ਬਾਅਦ 'ਚ ਨੇ, ਪਹਿਲਾਂ ਟੁੱਟ ਜਾਂਦੀਆਂ ਨੇ। ਸੀਵਰੇਜ ਉਹ ਨਹੀਂ ਕੰਮ ਕਰ ਰਹੇ, ਠੀਕ ਹੈ, ਬਿਜਲੀ ਉਹ ਨਹੀਂ ਮਿਲੀ, ਬਹੁਤ ਸਾਰੇ ਪਿੰਡਾਂ ਦੇ ਵੀ ਤਾਂ ਲਾਈਟ ਤੱਕ ਨਹੀਂ। ਤੁਸੀਂ ਇੰਟਰਨੈਟ ਦੀ ਪੜ੍ਹਾਈ ਦੀ ਗੱਲ ਕਰਦੇ ਹੋ, ਦੇਖ ਲਓ ਸਕੂਲਾਂ 'ਚ ਜਾ ਕੇ ਕੀ ਹਾਲ ਹੈ, ਟੀਚਰਾਂ ਦਾ ਬੁਰਾ ਹਾਲ ਹੈ, ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹ ਰਹੇ ਨੇ, ਬੁਰਾ ਹਾਲ ਹੈ। ਤੇ ਨਕਲ ਕਿੱਥੇ ਨਹੀਂ ਹੁੰਦੀ, ਭ੍ਰਿਸ਼ਟਾਚਾਰ ਕਿੰਨਾ ਕੁ ਘਟ ਗਿਆ, ਕਿਹੜੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਫੀਏ ਦੇਖ ਲਓ ਕਿੱਥੇ ਖਤਮ ਹੋਏ ਨੇ, ਤੇ ਕਿਹੜਾ ਵਿਕਾਸ ਕਰ ਲਿਆ। ਸੋ ਜੇ ਕਾਰਗੁਜ਼ਾਰੀ ਦੇ ਆਧਾਰ ਤੇ ਜੇ ਕੁਝ ਹੋਣਾ ਸੀ ਤਾਂ ਕੈਪਟਨ ਦੇ ਉੱਤੇ ਪਹਿਲਾਂ ਕਾਰਵਾਈ ਹੋ ਜਾਣੀ ਸੀ, ਉਦੋਂ ਲਾਂਭੇ ਕਰ ਦੇਣਾ ਸੀਗਾ। ਸੋ ਜਿਹੜਾ ਉਹਨਾਂ ਦਾ ਬਣ ਕੇ ਚੱਲੂਗਾ, ਉਹਨਾਂ ਦੇ ਕਹੇ ਅਨੁਸਾਰ ਚੱਲੀ ਜਾਊਗਾ, ਉਹਨੂੰ ਜਦੋਂ ਤੱਕ ਚਾਹੁੰਦੇ ਨੇ ਉਦੋਂ ਤੱਕ ਰੱਖਣਗੇ। ਜਦੋਂ ਉਹਨਾਂ ਨੂੰ ਲੱਗਿਆ ਕਿ ਚਾਹੇ ਸਾਡੇ ਕਹੇ ਅਨੁਸਾਰ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ, ਵੀ ਇਹਦੀ ਲੋੜ ਨਹੀਂ, ਹੁਣ ਉਹ ਬਾਹਰ ਕੱਢ ਦੇਣਾ ਉਹਨਾਂ ਨੇ। ਸੋ ਕੰਮ ਦੀ ਲੋੜ ਹੈ ਪੰਜਾਬ ਨੂੰ। ਪੰਜਾਬ ਨੂੰ ਇਹਨਾਂ ਗੱਲਾਂ ਦੀ ਲੋੜ ਨਹੀਂ ਕਿ ਉਹਦਾ ਹੈ ਜਾਂ ਨਹੀਂ ਹੈ, ਤੁਸੀਂ ਕਿਹਦੇ ਨਾਲ ਖੜੇ ਹੋ, ਕਿਹਦੇ ਨਾਲ ਬੈਠੇ ਹੋ, ਇਹਦੇ ਨਾਲ ਪੰਜਾਬ ਨੂੰ ਕੁਝ ਨਹੀਂ ਲੈਣ ਦੇਣਾ। ਲੋਕਾਂ ਦੀ ਗੱਲ ਕਰੋ, ਜਿਹੜੇ ਮੁੱਦਿਆਂ ਨੂੰ ਲੈ ਕੇ ਚੱਲੇ ਸੀ ਉਹਨਾਂ ਦੇ ਮੁੱਦਿਆਂ ਦੇ ਹੱਲ ਦੱਸੋ। ਹੁਣ ਤੁਹਾਡੀ ਸਰਕਾਰ ਆ, ਹੁਣ ਤੁਸੀਂ ਪ੍ਰਧਾਨ ਹੋ, ਆਪ ਅਸਤੀਫੇ ਦਿੰਦੇ ਫਿਰਦੇ ਹੋ। ਪਹਿਲਾਂ ਪ੍ਰਧਾਨਗੀ ਲਈ ਲੜਦੇ ਰਹੇ, ਐਡਾ ਵੱਡਾ ਸਮਾਗਮ ਕਰਤਾ, ਹੱਥਾਂ ਨੂੰ ਥੁੱਕ ਲਾ, ਬਾਹਾਂ ਚੜਾ, ਛੱਕੇ ਮਾਰ ਸਟੇਜ ਦੇ ਉੱਤੇ, ਧੜੱਲੇਦਾਰ ਭਾਸ਼ਣ ਦੇ ਤੇ ਕਿਸਾਨਾਂ ਨੂੰ ਵੀ ਕਹਿਤਾ ਸੀ ਕਿ ਪਿਆਸੇ ਨੇ ਖੂਹ ਕੋਲ ਆਓ, ਠੀਕ ਹੈ। ਤੇ ਉਹ ਚੀਜ਼ਾਂ ਅੱਜ ਸਾਬਤ ਕਰੋ ਕਿ ਕੰਮ ਕਿਵੇਂ ਹੁੰਦੇ ਨੇ। ਅੱਜ ਤੁਹਾਡੇ ਕੋਲ ਸਾਰਾ ਕੁਝ ਹੈਗਾ ਤੇ ਕੰਮ ਕਰਕੇ ਦਿਖਾਓ ਲੋਕਾਂ ਨੂੰ। ਗੱਲਾਂ ਨਾਲ ਕੁਝ ਨਹੀਂ ਹੁੰਦਾ, ਟਵੀਟ ਕਰਨ ਨਾਲ ਪੰਜਾਬ ਦਾ ਕੁਝ ਨਹੀਂ ਸੰਵਰਨਾ ਜੀ। ਪਰਮਿੰਦਰ ਜੀ, ਤੁਸੀਂ ਕਿਹਾ ਕਿ ਹਾਈ ਕਮਾਂਡ ਬੈਠੀ ਹੈ, ਹਾਈ ਕਮਾਂਡ ਤੇ ਬੈਠਿਆ ਹੁੰਦਾ ਕੋਈ ਪਾਰਟੀ, ਕੋਈ ਲੀਡਰ ਕੱਖ ਨਹੀਂ ਕਰ ਸਕਦੇ ਪੰਜਾਬ ਦਾ। ਜੇਕਰ ਤੁਸੀਂ ਮੰਨ ਲਓ ਨਵਜੋਤ ਸਿੰਘ ਸਿੱਧੂ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਨੇ ਤਾਂ ਫਿਰ ਰਾਹ ਕਿਹੜਾ ਬਚਦਾ ਨਾ ਸਿੱਧੂ? ਆਪਦੀ ਪਾਰਟੀ ਆ, ਸਾਫ਼ ਜੀ ਗੱਲ ਹੈ। ਜੇ ਲੋਕ ਤੁਹਾਨੂੰ ਚਾਹੁੰਦੇ ਨੇ, ਆਪਦੀ ਪਾਰਟੀ ਲੈ ਕੇ ਆਓ, ਜੋੜੋ ਲੋਕਾਂ ਨੂੰ, ਨਾਲੇ ਪਤਾ ਲੱਗ ਜੂ। ਜਿਹੜੇ ਆ ਲੀਡਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਔਰ ਤੁਹਾਡਾ ਮੋਢਾ ਵਰਤ ਕੇ ਤੁਰ ਰਹੇ ਨੇ, ਇਹਨਾਂ ਦਾ ਵੀ ਪਤਾ ਲੱਗ ਜੂ ਕੌਣ ਹੈ ਤੁਹਾਡੇ ਨਾਲ, ਕੌਣ ਪੰਜਾਬ ਦਾ ਭਲਾ ਚਾਹੁੰਦਾ। ਕੋਈ ਕੁਰਸੀ ਛੱਡ ਕੇ ਤੁਹਾਡੇ ਨਾਲ ਆ ਜਾਊਗਾ, ਪਤਾ ਲੱਗ ਜੂ ਤੁਹਾਨੂੰ ਵੀ ਹਾਂ ਆਹ ਬੰਦੇ ਕਿਵੇਂ ਤੁਹਾਨੂੰ ਵਰਤ ਰਹੇ ਨੇ ਤੇ ਕਿਵੇਂ ਬਿਆਨਬਾਜ਼ੀ ਕਰਾਉਂਦੇ ਨੇ। ਆਪ ਪਿੱਛੇ ਹਟ ਜਾਂਦੇ ਨੇ, ਆਪ ਕੁਰਸੀ ਛੱਡ ਕੇ ਇੱਕ ਬੰਦਾ ਨਹੀਂ ਆਊਗਾ। ਹੁਣ ਤੱਕ ਕਿਸੇ ਦਾ ਅਸਤੀਫਾ ਨਹੀਂ ਆਇਆ, ਅੱਜ ਤੱਕ ਬਿਆਨ ਵੀ ਨਹੀਂ ਆਇਆ ਵੀ ਜੇ ਸਿੱਧੂ ਦਾ ਅਸਤੀਫਾ ਹੋਇਆ ਤਾਂ ਅਸੀਂ ਅਸਤੀਫਾ ਦੇ ਦਾਂਗੇ, ਜੇ ਸਿੱਧੂ ਦਾ ਅਸਤੀਫਾ ਮਨਜ਼ੂਰ ਹੋਇਆ ਤਾਂ ਅਸੀਂ ਵੀ ਅਸਤੀਫਾ ਦੇ ਦਾਂਗੇ। ਕਿਹਦਾ ਬਿਆਨ ਆਇਆ? ਸਗੋਂ ਮਨਾਣ ਤੁਰ ਗਏ ਸਾਰੇ ਹੀ। ਐਂ ਵੀ ਨਹੀਂ ਕਿਸੇ ਨੇ ਕਿਹਾ ਸਿੱਧੂ ਦਾ ਅਸਤੀਫਾ ਚੰਗਾ ਜਾਂ ਮਾੜਾ। ਨਹੀਂ, ਮਾੜੇ ਵਾਸਤੇ ਬੋਲੇ ਨੇ, ਮਾੜੇ ਵਾਸਤੇ ਤਾਂ ਬੋਲ ਗਏ। ਮਾੜੇ ਵਾਸਤੇ ਤਾਂ ਕਹਿਤਾ ਵੀ ਸਿੱਧੂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ। ਰਵਨੀਤ ਬਿੱਟੂ ਹੋਣੀ ਜਾਂ ਕੋਟਲੀ ਹੋਣੀ, ਇਹਨਾਂ ਨੇ ਸਾਰਿਆਂ ਨੇ ਬੋਲੇ ਹੀ ਆ। ਜੋ ਇੱਕ ਧੜਾ ਸੀ ਨਵਜੋਤ ਸਿੱਧੂ ਦੇ ਖਾਸਮ ਖਾਸ ਸੀ ਜੋ, ਹਾਂ, ਕਿਸੇ ਨੇ ਨਹੀਂ ਏਦਾਂ ਉਹ ਕਰਕੇ ਨਹੀਂ ਕਿਹਾ ਕਿ ਫਿਰ ਵੀ ਸਾਡੇ ਤੇ ਸਵਾਲ ਨਾ ਉੱਠ ਜੇ ਵੀ ਜੇਕਰ ਸਿੱਧੂ ਨੇ ਚੰਗਾ ਕੀਤਾ ਤਾਂ ਫਿਰ ਤੁਸੀਂ ਕਿਉਂ ਨਾਲ ਦੀ। ਹਾਂ, ਉਹੀ ਗੱਲ ਹੈ ਨਾ, ਕੋਈ ਨਹੀਂ ਆਉਂਦਾ ਨਾ ਕੁਰਸੀ ਛੱਡਦਾ ਕੋਈ, ਤੇ ਨਾ ਹੀ ਆਉਂਦਾ ਅੱਗੇ ਕੋਈ। ਏਦਾਂ ਤੁਸੀਂ ਆਇਓ ਤਾਂ ਤੁਸੀਂ ਜੇ ਗਲਤ ਪਾਰਟੀ ਚੁਣ ਲਈ, ਪਹਿਲਾਂ ਵੀ ਗਲਤ ਪਾਰਟੀ ਸੀ, ਹੁਣ ਵੀ ਗਲਤ ਪਾਰਟੀ ਹੈ, ਜੇ ਆਇਓ ਤੁਹਾਨੂੰ ਲੋਕ ਪਸੰਦ ਕਰਦੇ ਨੇ ਤਾਂ ਰੀਜਨਲ ਪਾਰਟੀ ਬਣਾ ਕੇ ਆਪਣਾ ਦੱਸੋ ਪੰਜਾਬ ਦਾ ਭਲਾ ਕਿਵੇਂ ਹੁੰਦਾ। ਨਾਲੇ ਲੋਕਾਂ ਨੂੰ ਪਤਾ ਲੱਗ ਜੂ, ਨਾਲੇ ਤੁਹਾਨੂੰ ਪਤਾ ਲੱਗੂ, ਨਾਲੇ ਪੰਜਾਬ ਦਾ ਕੁਝ ਸਿਮਰ ਜੂ। ਹੋ ਸਕਦਾ ਸਿਸਟਮ ਚੇਂਜ ਹੋ ਜੇ, ਜੇ ਤੁਹਾਡੇ ਕੋਲ ਵਿਜ਼ਨ ਹੈ ਤਾਂ ਹੋ ਸਕਦਾ ਪੰਜਾਬ ਦਾ ਸਿਸਟਮ ਚੇਂਜ ਹੋ ਜੇ, ਪੰਜਾਬ ਦਾ ਕੁਝ ਭਲਾ ਹੋ ਜੇ, ਤੁਹਾਡੇ ਵਰਗੇ ਇਮਾਨਦਾਰ ਬੰਦੇ ਆ ਜਾਣ। ਕੀ ਪਤਾ ਲੱਗਦਾ ਜੇ ਉਹ ਪੰਜਾਬ ਚੇਂਜ ਹੋਵੇ, ਪੰਜਾਬ ਦੇ ਲੋਕ ਤੁਹਾਨੂੰ ਭਰੋਸਾ ਕਰਕੇ ਤੁਹਾਨੂੰ ਜਿਤਾ ਦਿੰਦੇ, ਤੁਸੀਂ ਸੀਐਮ ਬਣਦੇ ਹੋ ਤੇ ਹਾਈ ਕਮਾਂਡ ਵੀ ਤੁਸੀਂ ਹੋਵੋਗੇ। ਤੇ ਜਦੋਂ ਤੁਹਾਡਾ ਪੰਜਾਬ ਦੇ ਵਿੱਚ ਵਿਜ਼ਨ ਚੱਲ ਗਿਆ, ਹੋਰਨਾਂ ਸਟੇਟਾਂ ਵਿੱਚ ਚੱਲ ਸਕਦਾ, ਤੁਸੀਂ ਆਪਦੀ ਨੈਸ਼ਨਲ ਪਾਰਟੀ ਬਣਾ ਸਕਦੇ ਹੋ। ਸੋ ਕਹਿਣ ਦਾ ਭਾਵ ਇਹ ਹੈ ਕਿ ਆਉਣਾ ਤਾਂ ਸਾਹਮਣੇ ਪ੍ਰਤੱਖ ਆਪਣਾ ਨਿੱਤਰ ਕੇ ਆਓ ਵੀ ਅਸੀਂ ਆ ਗਏ, ਹੁਣ ਅਸੀਂ ਕੰਮ ਕਰਕੇ ਦਿਖਾਵਾਂਗੇ। ਲੋਕ ਤਾਂ ਵਿਸ਼ਵਾਸ ਕਰ ਰਹੇ ਨੇ। ਬਿਲਕੁਲ ਜੀ। ਪਰਮਿੰਦਰ ਜੀ, ਪਤਾ ਨਹੀਂ ਤਾਂ ਹਰੀਸ਼ ਰਾਵਤ ਹੋਰਾਂ ਦੀ ਕਿਸਮਤ ਮਾੜੀ ਹੈ, ਪਤਾ ਨਹੀਂ ਕਾਂਗਰਸ ਦੇ ਗ੍ਰਹਿ ਮਾੜੇ ਨੇ। ਹੁਣ ਕੈਪਟਨ ਅਮਰਿੰਦਰ ਨਾਲ ਉਹਨਾਂ ਦੀ ਟਸਲ ਖੜੀ ਹੋ ਗਈ। ਇਹ ਉਹਨਾਂ ਦੀ ਪਰਸਨਲੀ ਕਹਿ ਲਓ ਰਾਜਸੀ ਜਿਹੜੀ ਬਿਆਨਬਾਜ਼ੀ ਹੁੰਦੀ ਆ, ਹੋਇਆ ਸਿਆਸੀ ਬਿਆਨਬਾਜ਼ੀ ਇੱਕ ਦੂਜੇ ਦੀ,
ਨਿਕਲਣਾ ਤਾਂ ਉਹਦੇ ਵਿੱਚ ਵੀ ਕੁਝ ਨਹੀਂ। ਉਹਨਾਂ ਨੇ ਕੀ ਕਰਨਾ, ਉਹ ਤਾਂ ਐਂ ਕਹਿ ਲਓ ਵੀ ਸੁਰਖੀਆਂ 'ਚ ਰਹਿਣ ਲਈ। ਅੱਜ ਨਾਲੇ ਹਰੀਸ਼ ਰਾਵਤ ਦਾ ਕੋਈ ਇੱਕ ਬਿਆਨ ਐਸਾ ਦਿਖਾਓ ਜਿਹਦੇ ਤੇ ਉਹ ਖੜਿਆ ਹੋਵੇ ਆਪ ਹੀ ਜੀ, ਬਿਆਨ ਦੇ ਕੇ ਇੱਕਦਮ ਉੱਪਰੋਂ ਕੰਨ ਖਿੱਚਦੇ ਆ, ਉਹ ਬੈਕ ਮੁੜ ਆਉਂਦਾ, ਬੈਕ ਗੇਅਰ ਪਾ ਲੈਂਦਾ, ਮੁੜ ਕੇ ਫਿਰ ਉਹਨੂੰ ਯੂ ਟਰਨ ਮਾਰ ਦਿੰਦੇ ਆ। ਜਾਣੀ ਕਿ ਹਰੀਸ਼ ਰਾਵਤ ਦਾ ਕੋਈ ਇੱਕ ਵੀ ਬਿਆਨ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਹਦੇ ਤੇ ਸਟੈਂਡ ਲੈ ਲਿਆ ਹੋਵੇ ਕਿ ਮੈਂ ਕਹਿਤਾ, ਮੈਂ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਇਆ ਤਾਂ ਮੈਨੂੰ ਵੀ ਅਧਿਕਾਰ ਹੈ, ਮੈਂ ਬੋਲਤਾ ਸੋ ਬੋਲਤਾ, ਜਿਹੜੀ ਗੱਲ ਕਹਿਤੀ ਉਹ ਕਹਿਤੀ ਮੈਂ। ਉੱਦਾਂ ਦਾ ਕੁਛ ਹੈ ਹੀ ਨਹੀਂ ਜੀ। ਉਹ ਪਹਿਲਾਂ ਸਿੱਧੂ ਬਾਰੇ ਬੋਲਿਆ, ਫਿਰ ਕੈਪਟਨ ਬਾਰੇ ਬੋਲਿਆ, ਹੁਣ ਅੱਜ ਕੈਪਟਨ ਨਾਲ ਲੜ ਪਿਆ, ਫਿਰ ਟਕਰਾਅ ਹੋਣ ਲੱਗ ਗਿਆ। ਕੱਲ੍ਹ ਨੂੰ ਕਿਤੇ ਫਿਰ ਕਿਸੇ ਨੇ ਕੰਨ ਖਿੱਚਦਾ ਤਾਂ ਉਹ ਕਹਿ ਦੇਣਾ ਵੀ ਨਹੀਂ ਇੱਦਾਂ ਨਹੀਂ, ਮੈਂ ਤਾਂ ਮੇਰਾ ਮਤਲਬ ਤਾਂ ਇਹ ਸੀ। ਸੋ ਹੁਣ ਗੱਲ ਇਹ ਵੀ ਚੱਲ ਰਹੀ ਕਿ ਸ਼ਾਇਦ ਹਰੀਸ਼ ਰਾਵਤ ਨੂੰ ਉੱਤਰਾਖੰਡ ਭੇਜ ਦਿਆ ਜਾਵੇ, ਹਰੀਸ਼ ਚੌਧਰੀ ਨੂੰ ਨਵਾਂ ਇੰਚਾਰਜ ਜਿਹੜਾ ਹੈਗਾ ਉਹ ਅਗਲਾ ਸਵਾਲ ਸੀ ਕਿ ਰੋਲ ਕਿੰਨਾ ਕੁ ਹਰੀਸ਼ ਰਾਵਤ ਦਾ ਪੰਜਾਬ ਦੀ ਸਿਆਸਤ ਦੇ ਵਿੱਚ? ਮੈਨੂੰ ਤਾਂ ਕਿਤੇ ਲੱਗਦਾ ਨਹੀਂ ਹਾਈ ਕਮਾਂਡ ਨੇ ਉਹਨੂੰ ਭਲੇ ਲਈ ਭੇਜਿਆ ਸੀ, ਕਿਤੇ ਉਹਨਾਂ ਦੇ ਹੱਥੋਂ ਭਲਾ ਹੋਇਆ ਹੋਵੇ। ਨਹੀਂ, ਇਹ ਤਾਂ ਇੱਕ ਉਹ ਹੁੰਦੇ ਨੇ, ਕੜੀ ਦਾ ਕੰਮ ਕਰਦੇ ਨੇ ਕਿ ਜੇ ਕਿਤੇ ਮਾੜੀ ਮੋਟੀ 3-5 ਹੋ ਰਹੀ ਹੈ ਸਰਕਾਰ ਜਾਂ ਸੰਗਠਨ ਦੇ ਵਿੱਚ ਜੀ, ਤੇ ਵਿਚੋਲਗਰੀ ਦਾ ਕੰਮ ਕਰ ਲੈਂਦੇ ਨੇ। ਇੱਧਰੋਂ ਸੁਣ ਕੇ ਇੱਧਰ ਲਾਤੀ, ਇੱਧਰੋਂ ਸੁਣ ਕੇ ਇੱਧਰ ਕਰਕੇ ਵਿਚਕਾਰਲੇ ਜੀ ਗੱਲ ਕਰਕੇ ਦੋਵਾਂ ਨੂੰ ਨੇੜੇ ਲਾਤਾ। ਬਸ ਇਹਨਾਂ ਦਾ ਰੋਲ ਹੋਰ ਤਾਂ ਕੋਈ ਨਹੀਂ। ਇਹਨਾਂ ਨੇ ਕੀ ਰੋਲ ਅਦਾ ਕਰਨਾ ਹੁੰਦਾ ਪੰਜਾਬ ਦੀ ਡਿਵੈਲਪਮੈਂਟ 'ਚ? ਇਹਨਾਂ ਦਾ ਕੋਈ ਰੋਲ ਨਹੀਂ। ਸੰਗਠਨ ਦੇਖਣਾ ਹੁੰਦਾ, ਸੰਗਠਨ ਸਰਕਾਰ ਆ ਔਰ ਸੰਗਠਨ ਦੇ ਵਿੱਚ ਇੱਕ ਐਂ ਕਹਿ ਲਓ ਕਿ ਕੜੀ ਦਾ ਕੰਮ ਕਰ ਲੈਂਦੇ ਨੇ, ਉਹ ਵੀ ਮਾੜਾ ਮੋਟਾ। ਜੇ ਉਹ ਤਵੱਜੋ ਦੇ ਦੇਵੇ, ਕੋਈ ਸੰਗਠਨ ਦਾ ਪ੍ਰਧਾਨ ਜਾਂ CM ਕੋਈ ਤਵੱਜੋ ਦੇ ਦੇਵੇ ਤਾਂ, ਅਦਰਵਾਈਜ਼ ਤਾਂ ਬਸ ਜਾ ਕੇ ਉੱਥੇ ਦੱਸਣਾ ਹੁੰਦਾ ਕਿ ਉੱਥੇ ਆਹ ਹੋ ਰਿਹਾ, ਉੱਥੇ ਆਹ ਹੋ ਰਿਹਾ। ਇਹ ਮਤਲਬ ਇੱਕ ਸੂਈਏ ਦੇ ਤੌਰ ਤੇ ਕੰਮ ਕਰ ਰਹੇ ਹੁੰਦੇ ਨੇ ਇੱਦਾਂ। ਤੇ ਉੱਦਾਂ ਪੰਜਾਬ ਦੇ ਵਿੱਚ ਤਾਂ ਕੀ ਰੋਲ ਹੈ? ਨਾ ਪੰਜਾਬ ਦਾ ਸਵਾਰਿਆ ਕੁਛ ਇਹਨਾਂ ਨੇ, ਨਾ ਸਵਾਰਨਾ ਅੱਗੇ। ਲੋੜ ਤਾਂ ਹੁਣ ਪੰਜਾਬ ਨੂੰ ਬਦਲਦੀ ਹੈ ਤੇ ਪੰਜਾਬ ਇਹਨਾਂ ਸਾਰਿਆਂ ਨੂੰ ਜੇ ਡਿਨਾਈ ਕਰ ਦਿੰਦਾ, ਇਹਨਾਂ ਨੂੰ ਪਿੱਛੇ ਕਰ ਦਿੰਦਾ ਕਿ ਮੈਂ ਇਹਨਾਂ ਰਵਾਇਤੀ ਪਾਰਟੀਆਂ ਔਰ ਰਵਾਇਤੀ ਬੰਦਿਆਂ ਨੂੰ ਮੈਂ ਮੂੰਹ ਨਹੀਂ ਲਾਉਣਾ। ਪੰਜਾਬ ਦੇ ਲੋਕ ਜੇ ਕਹਿ ਦੇਣ ਤੇ ਚੰਗੇ ਬੰਦਿਆਂ ਨੂੰ ਚੁਣ ਦੇਣ, ਕਿਤੇ ਸ਼ਾਇਦ ਪੰਜਾਬ ਦਾ ਅੱਗੇ ਭਲਾ ਹੋ ਸਕੇ। ਨਹੀਂ ਤਾਂ ਕੇਂਦਰ 'ਚੋਂ ਚੱਲਣਾ ਸਾਰਾ ਕੁਝ ਤੇ ਸੈਂਟਰ 'ਚੋਂ, ਦਿੱਲੀ 'ਚੋਂ, ਤੇ ਦਿੱਲੀ ਦੇ ਵਿੱਚੋਂ ਜਦੋਂ ਕੁਝ ਤੁਰੂਗਾ ਤਾਂ ਉਹ ਪੰਜਾਬ ਲਈ ਆਉਂਦਾ ਹੁੰਦਾ। ਤਾਂ ਪਹਿਲਾਂ ਚਾਹੇ ਸਟੇਟ ਬਹੁਤ ਨੇੜੇ ਹੈ ਦਿੱਲੀ ਪੰਜਾਬ ਦੇ, ਤੇ ਪੰਜਾਬ ਦੇ ਰਾਹ ਦੇ ਵਿੱਚ ਹਰਿਆਣਾ ਆਉਂਦਾ, ਠੀਕ ਹੈ, ਤਾਂ ਉਹ ਹਰਿਆਣਾ, ਰਾਜਸਥਾਨ, ਗੁਜਰਾਤ ਵਾਲੇ ਪਾਸੇ ਨੂੰ ਘੁੰਮ ਜਾਂਦੇ ਨੇ। ਪੰਜਾਬ ਤੱਕ ਆਉਂਦਾ ਤਾਂ ਬਹੁਤ ਕੁਝ ਬਦਲ ਦਿੰਦਾ। ਪੰਜਾਬ ਦਾ ਤਾਂ ਨਾਮ ਹੀ ਨਹੀਂ ਆਉਂਦਾ ਕਿ ਪੰਜਾਬ ਲਈ ਆਹ ਕੁਛ ਕਰਿਆ ਸੀ ਜਾਂ ਪੰਜਾਬ ਲਈ ਆਹ ਦੇਣਾ ਅਸੀਂ, ਸਾਨੂੰ ਉਹਦਾ ਮਾਣ ਹੈ ਜਾਂ ਸਾਨੂੰ ਉਹਦਾ ਫਿਕਰ ਹੈ। ਕੋਈ ਇਹੋ ਜਿਹਾ ਕੁਛ ਨਹੀਂ ਹੈ। ਸੈਂਟਰ ਦੇ ਵਿੱਚੋਂ ਕਦੇ ਭਲਾ ਨਹੀਂ ਹੋ ਸਕਦਾ। ਕੋਈ ਇੱਦਾਂ ਦਾ ਕੋਈ ਵਧੀਆ ਇਮਾਨਦਾਰ ਜਿਹੜਾ ਕੋਈ ਬੰਦਾ ਸੱਚੀ ਮੁੱਚੀ ਪੰਜਾਬ ਦਾ ਭਲਾ ਕਰਨਾ ਚਾਹੇ, ਉਹ ਜ਼ਰੂਰ ਅੱਗੇ ਆ ਕੇ ਕਿਤੇ ਨਿਜ਼ਾਮ ਬਦਲ ਸਕਦਾ ਹੈ। ਜੀ ਪਰਮਿੰਦਰ ਜੀ, 2015 ਦੇ ਵਿੱਚ ਬਰਗਾੜੀ ਦੇ ਵਿੱਚ ਘਟਨਾ ਵਾਪਰੀ ਸੀ, ਸਿੱਖ ਜਗਤ ਝੰਜੋੜੇ ਗਏ ਸੀ। ਉਸ ਤੋਂ ਬਾਅਦ ਕੋਟਕਪੂਰਾ ਗੋਲੀकांड ਹੋਇਆ, ਉਸੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣੀ ਸਰਕਾਰ ਗਵਾਉਣੀ ਪਈ। ਤੇ ਹੁਣ ਇਸ ਮਾਮਲੇ ਦੇ ਵਿੱਚ ਸਪੈਸ਼ਲ ਵਕੀਲ ਰਾਜਵਿੰਦਰ ਸਿੰਘ ਬੈਂਸ ਨਿਯੁਕਤ ਕਰ ਦਿੱਤਾ ਗਿਆ, ਕਿਉਂਕਿ ਉਹ ਇੱਕ ਤਜਰਬਾ ਰੱਖਦੇ ਨੇ, ਵੱਡਾ ਤਜਰਬਾ ਰੱਖਦੇ ਨੇ। ਲਗਾਤਾਰ ਸਿੱਖ ਮਾਮਲਿਆਂ ਤੇ ਉਹ ਬੋਲਦੇ ਵੀ ਨੇ। ਜਸਟਿਸ ਅਜੀਤ ਸਿੰਘ ਬੈਂਸ ਦੇ ਉਹ ਸਪੁੱਤਰ ਵੀ ਨੇ। ਖਾਸ ਕਰਕੇ ਜੋ ਸਿੱਖ ਮਸਲਿਆਂ ਦੇ ਬੋਲਦੇ ਨੇ, ਸਿੱਖ ਹਲਕਿਆਂ ਦੇ ਵਿੱਚ ਉਹਨਾਂ ਨੂੰ ਸੁਣਿਆ ਵੀ ਜਾਂਦਾ, ਉਹਨਾਂ ਦੀ ਰਾਏ ਵੀ ਲਈ ਜਾਂਦੀ ਹੈ। ਤੇ ਹੁਣ ਉਹਨਾਂ ਨੂੰ ਸਪੈਸ਼ਲ ਵਕੀਲ ਨਿਯੁਕਤ ਕਰਤਾ। ਦੇਖੋ, ਆਸ ਵੱਜਦੀ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੁੰਦੀ ਹੈ, ਬੇਅਦਬੀ ਦੀ, ਗੋਲੀकांड ਦੀ ਜੇ ਕੋਈ ਗੱਲ ਹੁੰਦੀ ਹੈ, ਤਾਂ ਕੋਈ ਵੀ ਬੰਦਾ ਜੇ ਉਸ ਮਾਮਲੇ ਦੀ ਗੱਲ ਕਰਕੇ ਕਹਿੰਦਾ ਕਿ ਮੈਂ ਇਹਦੀ ਪੈਰਵੀ ਕਰੂੰਗਾ ਜਾਂ ਮੈਂ ਇਹਦੇ ਬਾਰੇ ਦੇਖਦਾ ਕੋਰਟ ਦੇ ਵਿੱਚ ਕਿੱਥੇ ਮਸਲਾ ਹੈ ਜਾਂ ਅਸੀਂ ਉਹਦੀ ਪੈਰਵਾਈ ਕਰਾਂਗੇ, ਤਾਂ ਜਿਹੜੇ ਇੱਕ ਪੰਜਾਬੀ ਕਹਿ ਲਓ ਜਾਂ ਸਿੱਖ ਜਗਤ ਕਹਿ ਲਓ, ਭਾਈਚਾਰਾ ਕਹਿ ਲਓ, ਜਿੱਥੇ ਵੀ ਬੈਠਾ ਦੁਨੀਆ ਭਰ 'ਚ, ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਇੱਕ ਆਸ ਵੱਜ ਜਾਂਦੀ ਹੈ ਕਿ ਸ਼ਾਇਦ ਇਹ ਬੰਦਾ ਕੁਛ ਕਰ ਲਵੇ। ਤੇ ਕਿਉਂਕਿ RS ਬੈਂਸ ਬੜੇ ਸੁਲਝੇ ਹੋਏ ਬੰਦੇ ਨੇ ਤੇ ਪੰਜਾਬੀਆਂ ਦੀ ਗੱਲ ਵੀ ਕਰਦੇ ਨੇ, ਤੇ ਆਪਾਂ ਕਹਿ ਲਓ ਇਮਾਨਦਾਰੀ ਦਾ ਸਬੂਤ ਵੀ ਨੇ। ਉੱਦਾਂ ਵੀ ਗੱਲਬਾਤ ਕਰਨ ਦਾ ਤਰੀਕਾ ਜਾਂ ਨੌਲੇਜ ਵਾਲੇ ਪੱਖੋਂ ਵੀ ਦੇਖਿਆ ਜਾਵੇ ਤਾਂ ਬੜੇ ਗੰਭੀਰ ਚਿੰਤਕ ਲੱਗਦੇ ਨੇ, ਵਕਾਲਤ ਦੇ ਤੌਰ ਤੇ ਵੀ ਹੰਡੇ ਹੋਏ ਨੇ। ਸੋ ਉਹਨਾਂ ਤੋਂ ਲੱਗਦਾ ਕਿ ਜੇ ਇਹ ਗੱਲ ਉਹਨਾਂ ਤੱਕ ਪਹੁੰਚੀ ਹੈ ਤਾਂ ਕਿਤੇ ਨਾ ਕਿਤੇ ਫਿਰ ਆਸ ਵੱਜੀ ਹੈ ਜੀ। ਤੇ ਬਟ ਉਹਨਾਂ ਨੇ ਇੱਕ ਗੱਲ ਇਹ ਜ਼ਰੂਰ ਕੀਤੀ ਹੈ ਕਿ ਜਿਹੜਾ ਕੋਰਟਾਂ ਦੇ ਵਿੱਚ ਫੈਸਲੇ ਹੁੰਦੇ ਨੇ, ਅਦਾਲਤਾਂ ਦੇ ਵਿੱਚ ਹੁੰਦੇ ਨੇ, ਸਬੂਤਾਂ ਦੇ ਆਧਾਰ ਤੇ ਹੁੰਦੇ ਨੇ ਜੀ। ਉਹਦੇ ਵਿੱਚ ਕਿਤੇ ਕਮੀ ਜੇ ਰਹਿ ਜਾਂਦੀ ਹੈ ਫਿਰ ਤਾਂ ਮੇਰੇ ਖਿਆਲ ਨਾਲ ਕਿ ਬੈਂਸ ਸਾਹਿਬ ਵੀ ਕੀ ਕਰਨਗੇ ਜੀ। ਉਹ ਜੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਪੋਲੀਟੀਕਲ ਪਾਰਟੀਆਂ ਬਹੁਤ ਜੁੜੀਆਂ ਹੋਈਆਂ ਨੇ ਇਹਨਾਂ ਮੁੱਦਿਆਂ ਦੇ ਨਾਲ, ਖਾਸ ਕਰ ਅਕਾਲੀ ਦਲ, ਬਾਦਲ ਵਰਗਿਆਂ ਦਾ ਜਦੋਂ ਨਾਂ ਆਉਂਦਾ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਦੇ ਕਹੇ ਅਨੁਸਾਰ ਗੋਲੀ ਚੱਲੀ ਜਾਂ ਉਹਨਾਂ ਦੇ ਕਹਿ ਲਓ ਵੀ ਉਹਨਾਂ ਦਾ ਪੱਖ ਰਿਹਾ ਇਹ ਕਿ ਉਹ ਬੇਅਦਬੀ ਕਾਂਡ ਦੇ ਵਿੱਚ
ਉਹਨਾਂ ਨੇ ਰੋਲ ਅਦਾ ਕੀਤਾ ਕਿਸੇ ਤਰੀਕੇ ਹੋਇਆ, ਚਾਹੇ ਜਾਂ ਦੋਸ਼ੀਆਂ ਨੂੰ ਨਾ ਫੜਨ ਕਰਕੇ ਉਹਨਾਂ ਦਾ ਰੋਲ ਆਇਆ, ਜਾਂ ਜਾਂਚਾਂ ਸਹੀ ਨਾ ਹੋਈਆਂ, ਜਾਂ ਜਾਂਚ ਕਮਿਸ਼ਨ ਨਹੀਂ ਬਿਠਾਇਆ, ਜਾਂ ਦੋਸ਼ੀ ਫੜੇ ਨਹੀਂ ਗਏ, ਅਸਲ 'ਚ ਉਹਨਾਂ ਦੀ ਸਰਕਾਰ ਸੀਗੀ, ਉਹਨਾਂ ਦਾ ਨਾਮ ਆਇਆ। ਤਾਂ ਉਹ ਜਦੋਂ ਜੇ ਬਾਈ ਚਾਂਸ 1% ਮੰਨੀਏ ਕਿ ਕਿਤੇ ਨਾ ਕਿਤੇ ਇਨਵੋਲਵਮੈਂਟ ਹੈ ਕਿਸੇ ਕੰਮ 'ਚ ਵੀ, ਤਾਂ ਮੇਰੇ ਖਿਆਲ ਨਾਲ ਕੋਈ ਪੋਲੀਟੀਕਲ ਪਾਰਟੀ ਜਿਹੜੀ ਪਾਵਰ ਦੇ ਵਿੱਚ ਹੋਵੇ, ਕੋਈ ਇੱਦਾਂ ਦਾ ਬਹੁਤ ਸੋਲਿਡ ਸਬੂਤ ਤਾਂ ਕਿਤੇ ਛੱਡ ਨਹੀਂ ਸਕਦੀ, ਕਿਉਂਕਿ ਉਹਨਾਂ ਦੇ ਆਫਿਸਰ ਉਹਨਾਂ ਦੇ ਭਰਤੀ ਨੇ, ਵਕੀਲ ਵੀ ਉਹਨਾਂ ਦੇ ਕੋਲ ਹੁੰਦੇ ਨੇ, ਜਿਨ੍ਹਾਂ ਨੇ ਸਬੂਤ ਇਕੱਠੇ ਕਰਨੇ ਹੁੰਦੇ ਨੇ, ਜਾਂ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹ ਵੀ ਉਹਨਾਂ ਦੇ ਅੰਡਰ ਹੁੰਦੀਆਂ ਨੇ। ਸੋ ਉਹ ਚੀਜ਼ ਕਿਤੇ ਨਾ ਕਿਤੇ ਅੜਿੱਕਾ ਨਾ ਬਣੇ, ਅਦਰਵਾਈਜ਼ ਇਹਨਾਂ ਦੀ ਇਮਾਨਦਾਰੀ ਤੇ ਕੋਈ ਮੇਰੇ ਖਿਆਲ ਕੋਈ ਸ਼ੱਕ ਵੀ ਨਹੀਂ ਕਰ ਸਕਦਾ, ਤੇ ਹੋ ਸਕਦਾ ਕਿਸੇ ਤਣ ਪੱਤਣ ਜਿਹੜੀ ਇਹ ਲੱਗ ਜਗੇ ਗੱਲ ਇਹ। ਜੀ ਸ਼ੁਕਰੀਆ ਪਰਮਿੰਦਰ ਜੀ, ਖਬਰਾਂ ਦੇ ਵਿਚਾਰ ਚਰਚਾ ਕਰਨ ਲਈ ਤੁਹਾਡਾ ਧੰਨਵਾਦ। ਸ਼ੁਕਰੀਆ ਜੀ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਅੱਜ ਦਾ ਜੋ ਇਹ ਮਸਲਾ ਸੀ ਕਿਸਾਨਾਂ ਵਾਲਾ, ਕਿਉਂਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ, ਬੀਜੇਪੀ ਸਰਕਾਰ ਲੱਗਦਾ ਕਿ ਅੰਦੋਲਨ ਕਰਕੇ ਹੀ ਟਾਈਟ ਕਰਦੀ ਜਾ ਰਹੀ ਹੈ। ਕਿਤੇ ਨਾ ਕਿਤੇ ਬੀਜੇਪੀ ਸਰਕਾਰ ਆਪਣੀ ਕਿੜ ਕੱਟਣਾ ਚਾਹੁੰਦੀ ਹੈ ਕਿਸਾਨਾਂ ਦਾ, ਕਿਉਂਕਿ ਕਿਸਾਨੀ ਹੀ ਇੱਕ ਅਜਿਹਾ ਕਹਿ ਸਕਦੇ ਹਾਂ ਆਪਾਂ ਕਿੱਤਾ ਜੋ ਦੇਸ਼ ਦਾ ਢਿੱਡ ਭਰਦਾ। ਪਰ ਬੀਜੇਪੀ ਸਰਕਾਰ ਲਗਾਤਾਰ ਪਹਿਲਾਂ ਖੇਤੀ ਕਾਨੂੰਨਾਂ ਰਾਹੀਂ, ਉਸ ਤੋਂ ਬਾਅਦ ਕਣਕ ਦੀ ਖਰੀਦ ਦੇ ਵਿੱਚ ਦਖਲਅੰਦਾਜ਼ੀ ਦੇਣੀ, ਤੇ ਹੁਣ ਝੋਨੇ ਦੀ ਖਰੀਦ ਦੇ ਵਿੱਚ ਰੁਕਾਵਟਾਂ ਖੜੀ ਕਰਨਾ ਬੀਜੇਪੀ ਸਰਕਾਰ ਦੇ ਜੋ ਮਨਸ਼ੇ ਨੇ ਖੇਤੀਬਾੜੀ ਤੇ ਪੰਜਾਬ ਲਈ ਇਹ ਠੀਕ ਨਹੀਂ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣੇ ਚੈਨਲ ਪੰਜਾਬੀ ਤੇ।